सत श्री अकाल जी, मैं रूपांशी तुहाडा सारिਆਂ ਦਾ बहुत-बहुत स्वागत करदी हां लाइव प्रोग्राम किंग्स जामा परदेस ਦੇ ਵਿੱਚ ਸਟੱਡੀ ਵੀਜ਼ਾ ਦੇ ਨਾਲ ਰਿਲੇਟਡ ਇਹ ਲਾਈਵ ਸ਼ੋ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਜੀ। ਤੇ ਜੇਕਰ ਅੱਜ ਤੁਸੀਂ ਵੀ ਆਪਣੇ ਘਰੇ ਬੈਠੇ ਹੋ, परदेस ਜਾਣ ਦਾ ਸੁਪਨਾ ਲੈ ਕੇ ਤੁਸੀਂ ਓਵਰਸੀਜ਼ ਜਾ ਕੇ ਆਪਣੀ ਐਜੂਕੇਸ਼ਨ ਕੰਪਲੀਟ ਕਰਨਾ ਚਾਹੁੰਦੇ ਹੋ, ਆਪਣੇ ਫਿਊਚਰ ਨੂੰ ਬ੍ਰਾਈਟ ਬਣਾਉਣਾ ਚਾਹੁੰਦੇ ਹੋ, ਆਪਣੀ ਲਾਈਫ ਨੂੰ ਹੋਰ ਸਿਕਿਉਰ ਬਣਾਉਣਾ ਚਾਹੁੰਦੇ ਹੋ, ਸੇਫ ਬਣਾਉਣਾ ਚਾਹੁੰਦੇ ਹੋ, ਓਵਰਸੀਜ਼ ਜਾ ਕੇ ਪੜ੍ਹਨਾ ਚਾਹੁੰਦੇ ਹੋ, ਪਰ ਮਨ ਦੇ ਵਿੱਚ ਕੋਈ ਵੀ ਸਵਾਲ ਹੈ, ਕੋਈ ਵੀ ਡਾਊਟ ਹੈ, ਕੋਈ ਵੀ ਕੁਐਰੀ ਹੈ, ਤਾਂ ਤੁਸੀਂ ਆਪਣੇ ਸਵਾਲ ਆਪਣੇ ਡਾਊਟ ਸਾਡੇ ਨਾਲ ਇਸ ਸ਼ੋ ਦੇ ਰਾਹੀਂ ਸ਼ੇਅਰ ਕਰ ਸਕਦੇ ਹੋ। डाउट शेयर करने के लिए कॉलिंग नंबर थोड़े टैलीविजन स्क्रीन ते इस वेले डिस्प्ले होना शुरू हो गया है जी। इस नंबर ते कॉल करके तुसी सानू अपना नाम दसना है, अपना एक्सपीरियंस दसना है, जो थोड़ी प्रोफाइल दे विच कोई गैप है वो दसना है, एजुकेशन क्वालिफिकेशन दसनी है जी अपनी, ते पुछना है अपना सवाल। जदों भी कॉल करोगे प्लीज़ कुछ चीज़ों का ध्यान रखियो जी। वो चीज़ां ने कि जदों कॉल करते हो अपने टैलीविजन सैट्स की वॉल्यूम घटा के गल करिया करो, डायरैक्टली फोन के थ्रू गल करिया करो जी, टीवी के थ्रू गल करने की कोशिश ना करिया करो, तो कोशिश करो कि अपना सवाल तुसी पहला तो ही नोट डाउन करके रखा करो। तो अज शो के विच असीं गल करांगे कैनेडा के बारे, आस्ट्रेलिया के बारे डिस्कस करांगे। इन्हां कंट्रीज़ तो की नवी अपडेट्स आईयां होईयां ने, की लेटेस्ट चल रहा इन्हां कंट्रीज़ दे विच, एलिजिबिलिटी डिस्कस करांगे। तो जेकर तुहाडा भी कोई सवाल है तुसीं अपने सवाल साडे नाल शेयर कर सकते हो जी। इन्हां सारियां चीज़ां दे बारे इन्फॉर्मेशन देने दे लई असीं स्टूडियो दे विच स्टडी वीज़ा एक्सपर्ट नूं भी इनवाइट कीता है जी, स्टडी वर्ल्ड तो मिस्टर मनीष गुप्ता। सर बहुत बहुत स्वागत है तुहाडा। शुक्रिया जी। तो मनीष सर, सब तो पहला कैनेडा की अपडेट्स के नाल असीं शुरुआत करते हैं। कोई भी अपडेट नहीं आई है एम्बेसी दे वल्लों? कोई अपडेट्स ਦਾ ਐਸ ਸੱਚ ਕੋਈ ਹੈ ਨਹੀਂ ਗਿਆ। ਬੇਸਿਕਲੀ ਇਹ ਵੀ ਜਿਹੜੇ ਬੱਚੇ ਮੌਨਟਰੀਜ਼ ਦੇ ਜਿਹਦੇ ਵਿੱਚ ਫਾਈਲਾਂ ਲਗਾਈਆਂ ਹੋਈਆਂ ਵੀ ਉਹਨਾਂ ਦੀ ਉਮੀਦ ਹੈਗੀ ਆ ਵੀ ਜਿਹੜੀਆਂ ਪੁਰਾਣੀਆਂ ਫਾਈਲਾਂ ਵੀ ਲੱਗੀਆਂ ਵੀ ਉਹਨਾਂ ਨੂੰ ਵੀ ਉਮੀਦ ਹੈਗੀ ਆ ਵੀ 31 ਮਾਰਚ ਤੋਂ ਪਹਿਲਾਂ ਉਹਨਾਂ ਦੇ ਰਿਜ਼ਲਟ ਆ ਜਾਣਗੇ। ਤੇ ਬਾਕੀ ਮੌਨਟਰੀ ਤੋਂ ਇਲਾਵਾ ਜਿਹੜੇ ਬੱਚੇ ਅਪਲਾਈ ਕੀਤਾ ਹੋਇਆ ਜਿਨ੍ਹਾਂ ਨੇ ਤੇ ਉਹ ਪੀਪੀਆਰ ਰਿਕੁਐਸਟ ਰੋਜ਼ ਹੀ ਆ ਰਹੀਆਂ ਆਲਮੋਸਟ, ਤੇ ਕੋਈ ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਬਾਕੀ ਜਿਹੜੇ ਬੱਚੇ ਪ੍ਰਾਈਵੇਟ ਕਾਲਜਿਸ 'ਚ ਵੀ ਇਸ ਟਾਈਮ ਅਪਲਾਈ ਕਰ ਰਹੇ ਆ ਉਹਨਾਂ ਦੇ ਵੀ ਵੀਜ਼ੇ ਗ੍ਰਾਂਟ ਹੋ ਰਹੇ ਨੇ। ਆਪਾਂ ਜਿਨ੍ਹਾਂ 'ਚ ਵਰਕ ਰਾਈਟਸ ਨਹੀਂ ਹੈਗੇ ਉਹਨਾਂ 'ਚ ਵੀ ਵੀਜ਼ੇ ਗ੍ਰਾਂਟ ਹੋ ਰਹੇ ਆ। ਵੀ ਸਕਸੈਸ ਰੇਟ ਜਿਹਨੂੰ ਕਹਿੰਦੇ ਨੇ ਵੀ ਬਹੁਤ ਵਧੀਆ ਹੈਗਾ ਇਸ ਟਾਈਮ ਤੇ ਬਟ ਉਹੀ ਗੱਲ ਆ ਜਾਂਦੀ ਹੈ ਵੀ ਕੋਰਸ ਰੈਲੇਵੈਂਸੀ ਬੱਚੇ ਦੀ ਜ਼ਰੂਰੀ ਹੈਗੀ ਹੈ, ਤੇ ਲਾਈਕ ਪ੍ਰੋਗਰੈਸ਼ਨ ਹੋਵੇ, ਤੇ ਬੈਂਡ ਵਗੈਰਾ ਅਗਰ ਬੱਚੇ ਦੇ 6 ਬੈਂਡ 1 'ਚ 5.5 ਹੈ ਤੇ ਐਮਬੈਸੀ ਵੀਜ਼ਾ ਦੇ ਰਹੀ ਹੈ ਆਰਾਮ ਨਾਲ ਇਸ ਟਾਈਮ ਤੇ ਵੀ ਜਿਨ੍ਹਾਂ ਦੇ ਪੁਰਾਣੇ ਰਿਜੈਕਸ਼ਨਾਂ ਸੀਗੀਆਂ 3-3 4-4 ਵਾਰੀ ਉਹਨਾਂ ਦੇ ਵੀ ਅਸੀਂ ਫਾਈਲ ਲਗਾ ਕੇ ਵੀਜ਼ਾ ਦੇਖਦੇ ਨੇ। ਇਸ ਕਰਕੇ ਸਕਸੈਸ ਰੇਟ ਬੱਚਾ ਲਾਈਕ ਸਮਝ ਸਕਦਾ ਵੀ ਵਧੀਆ ਇਸ ਟਾਈਮ ਜੀ। ਬਿਲਕੁਲ। ਤੇ ਇਸ ਦੇ ਨਾਲ ਹੀ ਕਾਲਰਸ ਵੀ ਸਾਡੇ ਨਾਲ ਜੁੜਨਾ ਸ਼ੁਰੂ ਹੋ ਗਏ ਨੇ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਸਵਾਲ ਹੈ ਤੁਹਾਡਾ, ਦੱਸੋ। ठीक है, 2019 ਚ ਮੈਂ ਆਪਣੀ ਪਲੱਸ 2 ਪਾਸ ਆਊਟ ਕੀਤੀ ਹੈ। ठीक है जी। ਤੇ ਮੈਂ ਆਇਲਟਸ ਦਾ ਟੈਸਟ ਦਿੱਤਾ ਵਾ 6.5 ਨੂੰ, ਤੇ ਮੇਰੇ ਓਵਰਆਲ 5.5 ਤੇ 1 ਚੋਂ 5 ਆਏ ਜੀ। ठीक है। ਤੇ ਆਸਟ੍ਰੇਲੀਆ ਲਈ ਪੁੱਛ ਰਹੇ ਹੋ ਤੁਸੀਂ? ਹਾਂਜੀ ਹਾਂਜੀ। 2019 plus 2 ਸਰ 52%। 52% ਬੱਚੇ ਦੇ ਨੰਬਰ ਨੇ ਜੀ। ਡਿਪਲੋਮਾ ਲੀਡਿੰਗ ਟੂ ਡਿਗਰੀ ਅਪਲਾਈ ਕਰ ਸਕਦੇ ਹੋ ਤੁਸੀਂ। ਇੱਕ ਸਮੈਸਟਰ ਦੀ ਫੀਸ 6 ਮਹੀਨੇ ਦੀ ਜਿਹੜੀ ਆਪਾਂ ਫੀਸ ਗੱਲ ਕਰਾਂਗੇ ਅਰਾਊਂਡ 6 ਲੱਖ ਰੁਪਏ ਦੀ ਫੀਸ ਆਏਗੀ ਤੁਹਾਡੀ 6 ਮਹੀਨੇ ਦੀ। ਤੇ ਲੈਵਲ 1 ਦੀ ਯੂਨੀਵਰਸਿਟੀ ਤੁਹਾਨੂੰ ਮਿਲ ਜਾਏਗੀ, ਤੇ ਜੁਲਾਈ ਇਨਟੇਕ ਮਿਲੇਗਾ ਤੁਹਾਨੂੰ, ਆਰਾਮ ਨਾਲ ਵੀਜ਼ਾ ਆ ਜਾਏਗਾ ਜੀ। ਬਿਲਕੁਲ ਟੈਨਸ਼ਨ ਫਰੀ ਹੋ ਕੇ ਅਪਲਾਈ ਕਰੋ ਤੇ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਏਗਾ। ਇਹਦੇ 'ਚ ਜਿਹੜੇ ਫੰਡ ਸ਼ੋ ਕਰਨੇ ਆ ਅਪਰੋਕਸੀਮੇਟਲੀ 22-23 ਲੱਖ ਰੁਪਏ ਦੇ ਫੰਡ ਸ਼ੋ ਕਰਨੇ ਆ, ਜੋ ਕਿ ਤੁਸੀਂ ਨਵੇਂ ਵੀ ਦਿਖਾ ਸਕਦੇ ਹੋ, ਕਿਸੇ ਰਿਸ਼ਤੇਦਾਰ ਦੇ ਵੀ ਦਿਖਾ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ। ਤੇ ਪਰਫੈਕਟ ਕੇਸ ਹੈ ਵੀ ਅਗਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਲੈਵਲ 1 ਦੀ ਗਵਰਨਮੈਂਟ ਯੂਨੀਵਰਸਿਟੀ 'ਚ ਇਹਦਾ ਵੀਜ਼ਾ ਆ ਸਕਦਾ ਬੱਚੇ ਦਾ, ਤੇ ਅਪਲਾਈ ਕਰ ਸਕਦੇ ਹਾਂ ਜੀ। ਤੇ ਮਨੀਸ਼ ਸਰ, ਕੁਝ ਟਾਈਮ ਪਹਿਲਾਂ ਤੋਂ ਇਹ ਗੱਲ ਜਦੋਂ ਚੱਲ ਰਹੀ ਸੀ ਕਿ ਕਿਊਬੈਕ ਦੇ ਮਤਲਬ ਕਿਊਬੈਕ ਦੇ ਵਿੱਚ ਹੁਣ ਕੋਵਿਡ ਦੇ ਕਰਕੇ ਪੀਪੀਆਰਸ ਨਹੀਂ ਏਆਈਪੀਸ ਨਹੀਂ ਆ ਰਹੇ, ਅਪਰੂਵਲਸ ਨਹੀਂ ਆ ਰਹੇ, ਤਾਂ ਹੁਣ ਉਹਦੇ ਬਾਰੇ ਕੋਈ ਅਪਡੇਟ ਨਵੀਂ ਆਈ ਹੈ? ਹੁਣ ਆ ਰਹੇ ਨੇ? ਦੇਖੋ ਇਸ ਟਾਈਮ ਜਿਵੇਂ ਉੱਥੇ ਸਰਦੀਆਂ ਚੱਲ ਰਹੀਆਂ ਹੈਗੀਆਂ ਤੇ ਹਜੇ ਤੁਸੀਂ ਬੱਚਿਆਂ ਨੂੰ ਇਹ ਵੀ ਵੇਟ ਕਰਨ ਦੀ ਲੋੜ ਹੈਗੀ ਹੈ ਵੀ ਹਜੇ ਇਸ ਮਹੀਨਾ ਲਗਾ ਲਓ, ਅਗਲਾ ਮਹੀਨਾ ਲਗਾ ਲਓ, ਵੀ ਹਜੇ ਠੰਡ ਰਹਿਣੀ ਹੈ ਕਿਉਂਕਿ ਉੱਥੇ ਵੈਸੇ ਵੀ ਠੰਡ ਜ਼ਿਆਦਾ ਹੀ ਰਹਿੰਦੀ ਹੈ, ਤੇ ਮਾਰਚ ਦਾ ਮਹੀਨਾ ਤੁਸੀਂ ਸੋਚ ਕੇ ਜਦੋਂ ਵੀ ਠੰਡ ਰਹਿਣੀ ਹੈ। ਤੇ ਇਹ ਸਾਰਾ ਮੌਸਮ ਦੇ ਹਿਸਾਬ ਨਾਲ ਚੱਲ ਰਿਹਾ ਸਿਸਟਮ ਵੀ। ਮੌਸਮ ਖਰਾਬ ਹੈਗਾ, ਠੰਡ ਜ਼ਿਆਦਾ ਹੈਗੀ ਹੈ, ਤੇ ਲਾਈਕ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੁੰਦਾ ਹੈ। ਤੇ ਕਿਤੇ ਨਾ ਕਿਤੇ ਬੱਚੇ ਐਕਸਪੈਕਟ ਕਰਕੇ ਚੱਲਣ ਵੀ ਜਿਨ੍ਹਾਂ ਦੇ ਬਹੁਤ ਪੁਰਾਣੀਆਂ ਫਾਈਲਾਂ ਲੱਗੀਆਂ ਉਹਨਾਂ ਦੇ ਵੀ ਇਸ ਟਾਈਮ ਰਿਜ਼ਲਟ ਨਹੀਂ ਆ ਰਹੇ, ਬਲਕਿ ਜਿਹੜੀਆਂ ਨਵੀਆਂ ਫਾਈਲਾਂ ਲੱਗੀਆਂ ਜਿਹੜੀਆਂ ਤਾਂ ਕਿਊਬਿਕ 'ਚ ਲੱਗੀਆਂ ਉਹਨਾਂ ਦਾ ਤਾਂ ਚਲੋ ਰੁਕਿਆ ਹੀ ਹੋਇਆ ਕੰਮ, ਤੇ ਜਿਹੜੀਆਂ ਬਾਕੀ ਫਾਈਲਾਂ ਆਊਟ ਆਫ ਕਿਊਬਿਕ ਲੱਗੀਆਂ ਉਹਨਾਂ ਦੇ ਵੀਜ਼ੇ ਅਪਰੂਵਲਸ ਆ ਰਹੇ ਨੇ। ਤੇ ਜਿਹੜੀਆਂ ਫਾਈਲਾਂ ਆਊਟ ਆਫ ਕਿਊਬਿਕ ਲੱਗੀਆਂ ਹੋਈਆਂ ਬਟ ਪੁਰਾਣੀਆਂ ਲੱਗੀਆਂ ਉਹਨਾਂ ਦੇ ਰਿਜ਼ਲਟ ਨਹੀਂ ਆ ਰਹੇ, ਵੀ ਇਹ ਵੀ ਥੋੜੀ ਹੈਰਾਨੀ ਵਾਲੀ ਗੱਲ ਹੈ, ਜੋ ਕਿ ਉਮੀਦ ਹੈਗੀ 31 ਮਾਰਚ ਤੱਕ ਸਾਰਾ ਕੁਝ ਕਲੀਅਰ ਹੋ ਜਾਣਾ ਚਾਹੀਦਾ ਜੀ। ਬਿਲਕੁਲ। ਤੇ ਇਸ ਦੇ ਨਾਲ ਹੀ ਅਗਲੇ ਦਰਸ਼ਕ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਕੀ ਸਵਾਲ ਹੈ ਤੁਹਾਡਾ, ਦੱਸੋ। ਮੈਮ ਮੈਂ ਆਸਟ੍ਰੇਲੀਆ ਬਾਰੇ ਪੁੱਛਣਾ ਸੀਗਾ। ਹਾਂਜੀ ਪੁੱਛੋ ਸਰ, ਕੀ ਪ੍ਰੋਫਾਈਲ ਹੈ ਤੁਹਾਡੀ? ਜੀ ਮੈਮ ਮੈਂ ਨਾ 2019 ਚ ਆਪਣੀ 12th ਕੰਪਲੀਟ ਕੀਤੀ ਹੈ, 52% ਮਾਰਕਸ ਆ ਓਵਰਆਲ। ਹਾਂਜੀ ਸਰ, ਤੁਸੀਂ ਦੱਸਿਆ ਸੀ ਨਾ 5.5 ਤੁਹਾਡੇ ਓਵਰਆਲ ਬੈਂਡਸ ਨੇ ਤੇ 5 ਤੁਹਾਡੇ 5 in 1 ਮੋਡਿਊਲ। 1 ਚੋਂ 5 ਤੇ 1 ਚੋਂ 5.5। ਠੀਕ ਹੈ। ਤੇ ਤੁਸੀਂ ਠੀਕ ਹੈ, ਤੁਸੀਂ ਕੋਰਸ ਪੁੱਛਣਾ ਚਾਹ ਰਹੇ ਹੋ ਜਾਂ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਹਾਂਜੀ ਮੈਂ ਪੁੱਛਣਾ
ਸੀਗਾ ਜਿਹੜਾ ਫਾਈਲ ਲੱਗ ਸਕਦੀ ਹੈ ਆਸਟ੍ਰੇਲੀਆ ਦੀ। ਸਰ ਫਾਈਲ ਬਿਲਕੁਲ ਲੱਗ ਸਕਦੀ ਹੈ। plus two ਕਾਹਦੇ 'ਚ ਕੀਤੀ ਹੈ ਤੁਸੀਂ? ਕਾਹਦੇ 'ਚ ਕੀਤੀ ਹੈ ਤੁਸੀਂ? ਸਟੱਡੀ ਮੈਂ ਆਪਣੀ ਆਰਟਸ ਵਿੱਚ ਕੀਤੀ, ਆਰਟਸ ਸਟਰੀਮ 'ਚ। ਆਰਟਸ 'ਚ ਕੀਤੀ ਹੈ। ਠੀਕ ਹੈ ਜੀ। ਦੇਖੋ ਇਹਦੇ 'ਚ ਹਸਪਿਟੈਲਿਟੀ ਦਾ ਬੈਚਲਰ ਡਿਗਰੀ ਤੁਹਾਨੂੰ ਮਿਲ ਸਕਦੀ, ਮਾਰਕੀਟਿੰਗ ਦਾ ਤੁਸੀਂ ਕੋਰਸ ਲੈ ਸਕਦੇ ਹੋ ਵੀ, ਡਿਪਲੋਮਾ ਆਫ ਮਾਰਕੀਟਿੰਗ ਲੀਡਿੰਗ ਟੂ ਬੈਚਲਰ ਆਫ ਮਾਰਕੀਟਿੰਗ ਯੂਨੀਵਰਸਿਟੀ 'ਚ ਅਪਲਾਈ ਕਰੋ, ਵੀਜ਼ਾ ਆ ਜਾਏਗਾ। ਹੁਣ ਇਹੀ ਫਾਈਲ ਲਗਾਉਣ ਦੇ ਜਿਵੇਂ ਕਹਿੰਦੇ ਵੀ 3 ਤਰੀਕੇ ਬਣਦੇ ਨੇ ਵੀ, ਇੱਕ ਤਰੀਕਾ ਇਹ ਹੈ ਵੀ ਬੱਚਾ ਕੱਲਾ ਡਿਪਲੋਮੇ 'ਚ ਅਪਲਾਈ ਕਰੇ 2 ਸਾਲ ਦਾ ਡਿਪਲੋਮਾ, ਵੀਜ਼ਾ ਸਕਸੈਸ ਰੇਟ ਨਹੀਂ ਆਏਗਾ, ਪਰਸੈਂਟੇਜ ਜੋ ਹੈ ਵੀਜ਼ਾ ਨਹੀਂ ਆਏਗਾ। ਦੂਸਰਾ ਤਰੀਕਾ ਇਹ ਹੈ ਵੀ ਡਿਪਲੋਮਾ ਲੀਡਿੰਗ ਡਿਗਰੀ ਅਪਲਾਈ ਕਰਦੇ, ਜੋ ਕਿ ਮੈਂ ਦੱਸ ਰਿਹਾ ਇਹਦੇ ਵਿੱਚ ਡਿਪਲੋਮੇ ਦੀ ਰਿਕੁਆਇਰਮੈਂਟ ਕਿਉਂਕਿ ਘੱਟ ਹੁੰਦੀ ਹੈ, ਇਸ ਕਰਕੇ ਵੀਜ਼ਾ ਜਿਹੜਾ ਹੈਗਾ ਵੀ ਐਂਟਰੀ ਰਿਕੁਆਇਰਮੈਂਟ ਬੱਚਾ ਮੀਟ ਕਰ ਜਾਂਦਾ ਤੇ ਬੱਚੇ ਦਾ ਗ੍ਰਾਂਟ ਹੋ ਜਾਂਦਾ ਹੈ। ਤੀਸਰਾ ਤਰੀਕਾ ਹੈਗਾ ਐਜ਼ੀ ਕੋਰਸ ਲੀਡਿੰਗ ਟੂ ਬੈਚਲਰ ਡਿਗਰੀ, ਤੇ ਇਹਦੇ ਵਿੱਚ ਵੀ ਇੱਕ ਤਾਂ ਖਰਚਾ ਵੀ ਜ਼ਿਆਦਾ ਆਉਂਦਾ ਹੈ, ਇਹਦੇ ਵਿੱਚ ਐਜ਼ੀ ਕੋਰਸ ਦਾ ਖਰਚਾ ਵੀ ਬੱਚਾ ਕਰਦਾ ਹੈ, ਫਿਰ ਬੈਚਲਰ ਦੀ ਫੀਸ ਵੀ ਜ਼ਿਆਦਾ ਹੀ ਹੁੰਦੀ ਹੈ, ਤੇ ਇਹਦੇ ਵਿੱਚ ਖਰਚਾ ਵੀ ਜ਼ਿਆਦਾ ਆਉਂਦਾ ਹੈ, ਸਕਸੈਸ ਰੇਟ ਵੀ ਕਿਤੇ ਨਾ ਕਿਤੇ ਘੱਟ ਹੋਏਗਾ। ਤੇ ਹੁਣ ਵੀ ਇਹ ਤਿੰਨੋਂ ਤਰੀਕਿਆਂ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਡਿਪਲੋਮਾ ਲੀਡਿੰਗ ਡਿਗਰੀ ਅਪਲਾਈ ਕਰਦੇ ਹੋ, ਇਹਦੇ ਵਿੱਚ ਕੋਈ ਇੰਗਲਿਸ਼ ਦਾ ਕੋਰਸ ਨਹੀਂ ਲੱਗੇਗਾ, ਐਂਟਰੀ ਰਿਕੁਆਇਰਮੈਂਟ ਤੁਹਾਡੀ 52% ਹੈ, ਉਹ ਵੀ ਅਸੈਪਟੇਬਲ ਹੈਗੀ ਹੈ, ਤੁਹਾਡੇ ਬੈਂਡ ਵੀ ਅਸੈਪਟੇਬਲ ਨੇ, ਜਿਵੇਂ 1 'ਚ 5 ਕੇ ਆ ਬੱਚੇ ਨੇ ਜਾਂ ਫਿਰ ਓਵਰਆਲ 5.5 ਹੈ ਤਾਂ ਵੀ ਅਸੈਪਟੇਬਲ ਨੇ। ਪਲੱਸ ਤੁਹਾਨੂੰ ਫੀਸ ਜਿਹੜੀ ਹੈਗੀ ਹੈ ਡਿਪਲੋਮੇ ਦੀ 6 ਮਹੀਨੇ ਦੀ ਪੇ ਕਰਨੀ ਪੈ ਰਹੀ ਹੈ, ਜੋ ਕਿ ਕੋਈ ਜ਼ਿਆਦਾ ਨਹੀਂ ਹੈਗੀ ਫੀਸ ਐਸ ਸੱਚ। ਤੇ ਇਸ ਤਰੀਕੇ ਨਾਲ ਤੁਸੀਂ ਅਪਲਾਈ ਕਰਕੇ ਅਗਰ ਵੀਜ਼ਾ ਲੈਂਦੇ ਹੋ, ਸਕਸੈਸ ਰੇਟ ਵੀ ਵਧੀਆ ਆਉਂਦਾ ਹੈ, ਤੇ ਬੱਚੇ ਦੇ ਬੋਝ ਵੀ ਘੱਟ ਪੈਂਦਾ ਹੈ ਖਰਚੇ ਦਾ, ਤੇ ਓਵਰਆਲ ਜਿਹਨੂੰ ਕਹਿੰਦੇ ਸਕਸੈਸ ਰੇਟ ਹਾਈ ਆਉਂਦਾ ਇਹਦੇ ਵਿੱਚ ਜੀ। ਤੇ ਮਨੀਸ਼ ਸਰ ਮੈਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਸਪੋਜ਼ ਕੋਈ ਵੀ ਬੱਚਾ ਹੈ, ਫਰੈਸ਼ ਸਟੂਡੈਂਟ ਹੈ, ਭਾਵੇਂ ਗੈਪ ਹੈ ਜੀ, ਉਹਨੇ ਆਪਣੀ ਜੇ ਸਕਸੈਸ ਰੇਟ ਵਧਾਉਣਾ ਹੈ ਜਾਂ ਅਸ਼ੋਰਿਟੀ ਵਧਾਉਣੀ ਹੈ ਕਿ ਵੀਜ਼ਾ ਆ ਜਾਏ, ਉਹਨੂੰ ਕਿਹਨੇ ਮਤਲਬ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਦੇਖੋ ਸਭ ਤੋਂ ਮੇਨ ਗੱਲ ਹੈ ਕੋਰਸ ਰੈਲੇਵੈਂਟ ਹੋਣਾ ਚਾਹੀਦਾ, ਵੀ ਜੋ ਤੁਸੀਂ ਲਾਸਟ ਪੜ੍ਹਾਈ ਕੀਤੀ ਹੈ ਉਹਦੇ ਨਾਲ ਰੈਲੇਵੈਂਟ ਹੋਏ, ਜਾਂ ਤੁਸੀਂ ਲਾਸਟ ਪੜ੍ਹਾਈ ਤੋਂ ਬਾਅਦ ਕੋਈ ਜੌਬ ਕੀਤੀ ਹੈ ਤੇ ਫਿਰ ਉਹ ਜੌਬ ਦੇ ਨਾਲ ਰੈਲੇਵੈਂਟ ਹੋਣਾ ਚਾਹੀਦਾ। ਕਈ ਵਾਰੀ ਨਾ ਇਦਾਂ ਵੀ ਹੁੰਦਾ ਹੈ ਕਿ ਸਪੋਜ਼ ਪੜ੍ਹਾਈ ਕਿਸੇ ਹੋਰ ਫੀਲਡ 'ਚ ਕੀਤੀ ਹੁੰਦੀ ਹੈ ਤੇ ਜੌਬ ਕਿਸੇ ਹੋਰ ਫੀਲਡ 'ਚ ਕੀਤੀ ਹੁੰਦੀ ਹੈ, ਫਿਰ ਉਹਦਾ ਵੀ ਫਰਕ ਪੈਂਦਾ ਹੈ। ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਜਿਵੇਂ ਬੱਚੇ ਨੇ ਫॉर ਐਗਜ਼ਾਮਪਲ BA ਕੀਤੀ ਹੈ ਜੀ, BA ਕੀਤੀ ਹੈ 2015 'ਚ, ਉਸ ਤੋਂ ਬਾਅਦ ਜੀ ਬੱਚੇ ਨੇ ਜੌਬ ਵਗੈਰਾ ਅਪਲਾਈ ਕੀਤੀਆਂ, ਉਹਨੂੰ ਮਾਰਕੀਟਿੰਗ ਦੀ ਜੌਬ ਮਿਲ ਗਈ, ਤੇ ਹੁਣ ਬੱਚੇ ਨੇ 5 ਜਾਂ 6 ਸਾਲ ਬੱਚੇ ਨੇ ਮਾਰਕੀਟਿੰਗ ਦੀ ਜੌਬ ਕੀਤੀ ਜੀ, ਮਾਰਕੀਟਿੰਗ ਐਗਜ਼ੀਕਿਊਟਿਵ ਦੀ ਜੌਬ ਕਰੀ ਗਿਆ, ਫਿਰ ਬੱਚਾ ਸੋਚੇ ਵੀ ਬਾਹਰ ਜਾਣਾ ਪੜਨਾ। ਹੁਣ ਇਹਦੇ ਵਿੱਚ ਉਹਦੇ BA ਦੇ ਵੀ ਸਬਜੈਕਟ ਸੀ, ਪੋਲੀਟੀਕਲ ਸਾਇੰਸ ਸੀ, ਪਬਲਿਕ ਐਡਮਿਨਿਸਟ੍ਰੇਸ਼ਨ ਸੀ, ਹਿਸਟਰੀ ਸੀਗਾ, ਤੇ ਉਸ ਤੋਂ ਬਾਅਦ ਮਾਰਕੀਟਿੰਗ ਦਾ ਇਹਦਾ ਐਕਸਪੀਰੀਅੰਸ ਹੈ। ਹੁਣ ਇਹ ਕੇਸ ਨੂੰ ਕਿਸ ਤਰੀਕੇ ਨਾਲ ਲੱਗੇਗਾ? ਇਹ ਕੇਸ ਨੂੰ ਜਾਣ ਦਾ ਤਰੀਕਾ ਇਹ ਹੈ ਵੀ ਮਾਰਕੀਟਿੰਗ ਦੇ ਰਿਲੇਟਡ PG ਡਿਪਲੋਮਾ ਬੱਚਾ ਲੈ ਦੇ ਤੇ ਬੱਚੇ ਦਾ ਵੀਜ਼ਾ ਆ ਜਾਏਗਾ, ਜਾਂ ਮਾਸਟਰਸ ਲੈ ਦੇ, ਮਾਸਟਰ ਮਾਰਕੀਟਿੰਗ ਦਾ ਕੋਰਸ ਲੈ ਦੇ, ਬੱਚੇ ਦਾ ਵੀਜ਼ਾ ਆ ਜਾਏਗਾ। ਉਹ ਦੇਖੋ ਵੀਜ਼ਾ ਅਫਸਰ ਨਹੀਂ ਦੇਖਣਾ ਵੀ ਲਾਸਟ ਪੜ੍ਹਾਈ ਦੇ ਨਾਲ ਤੁਹਾਡੀ ਪੜ੍ਹਾਈ ਮੈਚ ਕਰਦੀ ਹੈ, ਉਹ ਤਦ ਮੈਚ ਕਰਦੀ ਹੈ ਜਦ ਲਾਸਟ ਪੜ੍ਹਾਈ ਦੇ ਨਾਲ ਤੁਸੀਂ ਅੱਗੇ ਫਰਦਰ ਪੜ੍ਹਾਈ ਵਾਸਤੇ ਅਪਲਾਈ ਕਰ ਰਹੇ ਹੋ। ਜੇ ਵਰਕ ਐਕਸਪੀਰੀਅੰਸ ਜਿਵੇਂ 1 ਸਾਲ ਦਾ, ਫਿਰ ਤਾਂ ਜਦੋਂ ਮੈਟਰ ਨਹੀਂ ਕਰਦਾ ਜ਼ਿਆਦਾ। ਜਿਵੇਂ ਸਪੋਜ਼ ਕਰੋ ਕਿਸੇ ਨੇ BCom ਕੀਤੀ ਜੀ, ਉਸ ਤੋਂ ਬਾਅਦ ਉਹਨੇ 1 ਸਾਲ ਯਾਨੀ ਕਿ ਮਾਰਕੀਟਿੰਗ ਦੀ ਜੌਬ ਕਰਦੀ, ਤੇ ਉਸ ਤੋਂ ਬਾਅਦ ਕਹਿੰਦਾ ਮੈਂ ਪੜ੍ਹਨਾ ਚਾਹੁੰਦਾ, ਹੁਣ ਉਹਦੇ ਕੇਸ ਦੇ ਵਿੱਚ ਇਹ ਬੈਟਰ ਰਹੇਗਾ ਵੀ BCom ਦੇ ਰਿਲੇਟਡ ਆਪਾਂ ਕੋਰਸ ਲਈਏ ਅੱਗੇ ਮਾਸਟਰਸ ਦਾ ਜਾਂ PG ਡਿਪਲੋਮੇ ਦਾ। ਲੇਕਿਨ ਅਗਰ 1 ਸਾਲ ਤੋਂ ਵੱਧ, ਜਿਵੇਂ 3 ਜਾਂ 4 ਜਾਂ 5 ਸਾਲ ਦਾ ਬੱਚੇ ਦਾ ਗੈਪ ਹੈਗਾ, ਵਰਕ ਐਕਸਪੀਰੀਅੰਸ ਕਿਸੇ ਹੋਰ ਚੀਜ਼ ਦਾ, ਫਿਰ ਉਹ ਇਹ ਕਹੇ ਵੀ ਮੈਨੇ ਪੜ੍ਹਾਈ, ਮੈਂ ਜੌਬ ਕਰ ਰਿਹਾ ਮਾਰਕੀਟਿੰਗ ਦੀ, ਤੇ ਇਸ ਤੇ ਰਿਲੇਟਡ ਮੈਂ ਅੱਗੇ ਫਰਦਰ ਪੜ੍ਹਨਾ ਚਾਹੁੰਦਾ ਤਾਂ ਕਿ ਮੇਰੀ ਜੌਬ ਦੇ ਵਿੱਚ ਤਰੱਕੀ ਹੋਵੇਗੀ, ਇਸ ਕਰਕੇ ਉਹਨੂੰ ਉਹ ਜ਼ਿਆਦਾ ਸੂਟੇਬਲ ਹੈ ਤੇ ਵੀਜ਼ਾ ਸਕਸੈਸ ਰੇਟ ਉਹਦਾ ਜ਼ਿਆਦਾ ਆਏਗਾ ਇਹਦੇ ਵਿੱਚ। ਜੀ ਬਿਲਕੁਲ। ਤੇ ਇਸ ਦੇ ਨਾਲ ਹੀ ਅਗਲੇ ਦਰਸ਼ਕ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਡਮ। ਹਾਂਜੀ ਸਰ, ਕੀ ਪੁੱਛਣਾ ਚਾਹੁੰਦੇ ਹੋ? ਮੈਡਮ ਮੈਂ ਬੱਚੇ ਬਾਰੇ ਪੁੱਛਣਾ ਸੀ, ਆਪਦੇ ਗੁੱਡੀ ਬਾਰੇ। ਹਾਂਜੀ ਹੈਲੋ ਹਾਂਜੀ ਸਰ, ਪੁੱਛੋ ਕੀ ਸਵਾਲ ਹੈ ਜੀ? ਹਾਂਜੀ, ਸਾਡੇ ਬੱਚੇ ਨੇ +2 18 ਚ ਕੀਤੀ ਆ। ਅੱਛਾ ਜੀ, ਕਿੰਨੇ ਨੰਬਰ ਆਏ ਨੇ? ਹਾਂਜੀ, ਤੇ ਇੱਕ ਸਾਲ ਦਾ ਉਹਨੇ ਕੰਪਿਊਟਰ ਕੋਰਸ ਕੀਤਾ। ਠੀਕ ਹੈ ਜੀ। 6.5 ਬੈਂਡ ਆ ਉਹਦੇ। 6.5 ਬੈਂਡ, ਕਿਸੇ ਦੇ ਵਿੱਚ 5.5 ਬੈਂਡ? ਹਾਂਜੀ, ਇੱਕ ਤੋਂ 5.5 ਆ ਇਹਦੇ ਵਿੱਚੋਂ। ਇੱਕ ਚ 5.5, ਠੀਕ ਹੈ ਜੀ। ਤੇ ਉਹ ਕੈਨੇਡਾ? ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ ਇੱਕ ਵਾਰੀ ਜੀ, 5 ਤਰੀਕ ਦੀ ਮਹਿੰਗੀ। ਅੱਛਾ ਜੀ, ਰਿਫਿਊਜ਼ਲ ਦਾ ਰੀਜ਼ਨ ਕੀ ਹੈ ਸਰ, ਤੁਸੀਂ ਪਤਾ ਕੀਤਾ? ਹਾਂਜੀ, ਉਹਦੇ ਤੇ ਲੈ ਕੇ ਆਇਆ ਸੀ ਵੀ ਇਹਨੇ ਵਾਪਸ ਮੁੜ ਕੇ ਨਹੀਂ ਆਉਣਾ। ਵਾਪਸ ਨਹੀਂ ਆਉਣਾ, ਠੀਕ ਹੈ। +2 ਚ ਪਰਸੈਂਟੇਜ ਕਿੰਨੀ ਸੀ ਜੀ? ਹਾਂਜੀ, ਉਹ ਡਿਗਰੀ ਦਵਾਈ ਸੀ ਕੋਰਸ ਦੇ ਵਿੱਚ। +2 ਕਾਹਦੇ ਚ ਕੀਤੀ ਹੈ ਜੀ? ਉਹਨੇ ਕਮਰਸ ਚ ਕੀਤੀ ਹੈ ਜੀ। ਤੇ ਡਿਗਰੀ ਕਾਹਦੀ ਦਿੱਤੀ ਸੀਗੀ? ਡਿਗਰੀ 10 ਸਾਲ ਦੀ ਸੀ, ਜਾਰਕ ਵਿਲੇਜ ਯੂਨੀਵਰਸਿਟੀ ਸੀ। ਠੀਕ ਹੈ ਜੀ। ਤੇ ਬੱਚੇ ਦੇ ਪਰਸੈਂਟੇਜ ਕਿੰਨੀ ਹੈ? 72% ਹੈ ਜੀ। ਠੀਕ ਹੈ ਜੀ। ਦੇਖੋ ਇਹਦੇ ਵਿੱਚ ਜੋ ਕਾਰਨ ਦਿਖਦਾ ਹੈ ਵੀਜ਼ਾ ਨਾ ਆਉਣ ਦਾ, ਬੇਸਿਕਲੀ ਦੇਖੋ ਯਾਰਕਵਿਲ ਯੂਨੀਵਰਸਿਟੀ ਮਹਿੰਗੀ ਯੂਨੀਵਰਸਿਟੀ ਹੈ, 11.5 ਲੱਖ ਰੁਪਏ ਫੀਸ ਹੈਗੀ 1 ਸਾਲ ਦੀ। ਹੁਣ ਇਹਦੇ ਵਿੱਚ ਕੀ ਕੀਤਾ ਹੋਣਾ ਇਹਨਾਂ ਨੇ, 1 ਸਾਲ ਦੀ ਫੀਸ ਭਰੀ ਹੋਣੀ ਹੈ, GAC ਦਿਖਾਇਆ ਹੋਣਾ ਹੈ,
ਬਟ ਕੋਰਸ ਜਿਹੜਾ ਹੈਗਾ 3 ਜਾਂ 3.5 ਸਾਲ ਦਾ ਕੋਰਸ ਹੈਗਾ ਯਾਰਕਵਿਲ ਯੂਨੀਵਰਸਿਟੀ ਦੇ ਵਿੱਚ। ਤੇ ਇਹ ਚੀਜ਼ ਦਾ ਥੋੜਾ ਧਿਆਨ ਦੇਣ ਦੀ ਲੋੜ ਹੈਗੀ ਹੈ ਵੀ ਇਹਨਾਂ ਨੇ ਇਨਕਮ ਅਗਰ 14-15 ਲੱਖ ਰੁਪਏ ਦਿਖਾਈ ਹੋਣੀ ਚਾਹੀਦੀ ਸੀਗੀ ਇਸ ਕੇਸ 'ਚ, ਕਿਤੇ ਘੱਟੋ ਘੱਟ 15 ਲੱਖ ਰੁਪਏ ਬੱਚੇ ਦੇ ਫੰਡ ਜਿਹੜੇ ਹੈਗੇ ਨੇ ਐਕਸਟਰਾ ਸ਼ੋ ਹੋਣੇ ਜ਼ਰੂਰੀ ਹੈ। ਕਿਉਂਕਿ ਦੇਖੋ ਇੱਕ ਇਹਨੂੰ ਤੁਸੀਂ ਨਾਰਮਲ ਤਰੀਕੇ ਨਾਲ ਨਾ ਲੈ ਕੇ ਚੱਲੋ। ਇੱਕ ਆਪਾਂ ਬੱਚਾ ਡਿਪਲੋਮਾ ਕਰ ਰਿਹਾ ਜੀ 2 ਸਾਲ ਦਾ, ਉਹਦੇ ਵਿੱਚ 6 ਲੱਖ 7 ਲੱਖ ਫੀਸ ਹੈਗੀ ਹੈ, ਉਹ ਭਰਤੀ ਜਾਂ GIC ਹੈਗਾ, ਉਸ ਤੋਂ ਬਾਅਦ ਉਹਦੀ 1 ਸਾਲ ਦੀ ਪੜ੍ਹਾਈ ਰਹੇਗੀ ਤੇ 1 ਸਾਲ ਦੀ ਜਿਹੜੀ ਸੈਕੰਡ ਈਅਰ ਦੀ ਫੀਸ ਹੁੰਦੀ ਹੈ ਹੁੰਦੀ ਹੈ, ਯਾਨੀ ਕਿ 5 ਲੱਖ ਰੁਪਏ ਦੀ ਰੇਂਜ 'ਚ ਹੁੰਦੀ ਹੈ, 5-5.5। ਤੇ ਬੱਚਾ ਇਨਕਮ ਦੇ ਹਿਸਾਬ ਨਾਲ ਵੀ ਮੈਚ ਕਰ ਦਿੰਦਾ, ਠੀਕ ਹੈ ਜੀ ਅਗਲੇ ਸਾਲ ਮੇਰੀ ਫੈਮਿਲੀ ਦੀ ਇਨਕਮ ਹੈਗੀ ਹੈ 5 ਲੱਖ ਰੁਪਏ, ਉਹ ਪੇ ਕਰ ਦੇਣਗੇ, ਮੇਰਾ ਕੰਮ ਚੱਲ ਜਾਏਗਾ। ਬਟ ਇਸ ਕੇਸ ਦੇ ਵਿੱਚ ਕੀ ਹੈ, ਯਾਰਕਵਿਲ ਯੂਨੀਵਰਸਿਟੀ ਦੇ ਵਿੱਚ ਜ਼ਿਆਦਾਤਰ ਕੰਸਲਟੈਂਟ ਤਾਂ ਫਸ ਜਾਂਦੇ ਨੇ ਕਿਉਂਕਿ ਕਮਿਸ਼ਨ ਬਹੁਤ, ਯਾਨੀ ਕਿ ਫੀਸ ਜ਼ਿਆਦਾ ਆਉਂਦੀ ਹੈ, ਨੈਚੁਰਲੀ ਗੱਲ ਕਮਿਸ਼ਨ ਵੀ ਵੱਧਦਾ ਹੈਗਾ। ਬਟ ਉਹ ਇਹ ਚੀਜ਼ ਥੋੜਾ ਜਿਹਾ ਕਰ ਦਿੰਦੇ ਨੇ ਵੀ ਠੀਕ ਹੈ ਤੁਸੀਂ ਫਾਈਲ ਲਗਾ ਰਹੇ ਹੋ ਸਹੀ ਤਰੀਕੇ ਨਾਲ, ਬਾਕੀ ਅੱਗੇ ਦਾ ਇਮੀਗ੍ਰੇਸ਼ਨ ਨੂੰ ਪਲਾਨ ਤਾਂ ਦਿਓ ਵੀ ਤੁਸੀਂ ਅਗਲੇ 2 ਸਾਲਾਂ ਦੀ ਜਾਂ 2.5 ਸਾਲਾਂ ਦੀ ਫੀਸ ਕਿੱਥੋਂ ਭਰੋਗੇ। ਤੇ ਇਹਦੇ ਵਿੱਚ ਇਹਨਾਂ ਦੀ ਮੇਰੇ ਹਿਸਾਬ ਨਾਲ ਵੀ ਜਿਹੜੀ ਇਨਕਮ ਲਗਾਈ ਹੋਏਗੀ ਉਹ ਮੈਕਸਿਮਮ 5-6 ਲੱਖ ਰੁਪਏ ਤੋਂ ਵੱਧ ਨਹੀਂ ਲਗਾਈ ਹੋਏਗੀ ਫੈਮਿਲੀ ਇਨਕਮ। ਤਾਂ ਮਤਲਬ 6 ਲੱਖ ਰੁਪਏ, ਹਾਂਜੀ 6 ਲੱਖ ਰੁਪਏ ਅਗਰ ਤੁਹਾਡੀ ਇਨਕਮ ਹੈਗੀ ਹੈ, ਤੁਸੀਂ ਲਾ ਲਓ ਵੀ 40-50 ਲੱਖ ਰੁਪਏ, 50 ਲੱਖ ਰੁਪਏ ਤੁਸੀਂ ਆਸ-ਪਾਸ 5 ਲੱਖ ਰੁਪਏ ਸੌਰੀ ਵੀ ਤੁਸੀਂ ਯਾਨੀ ਕਿ ਅਗਰ 5-6 ਲੱਖ ਰੁਪਏ ਦੀ ਰੇਂਜ 'ਚ ਲੈ ਕੇ ਚੱਲ ਰਹੇ ਹੋ ਤਾਂ 40-50 ਹਜ਼ਾਰ ਰੁਪਏ ਮਹੀਨਾ ਤੁਹਾਡਾ ਹੋਇਆ। ਇੰਨੇ 'ਚ ਬੱਚੇ ਦਾ ਖਰਚਾ, ਯਾਨੀ ਕਿ ਫੈਮਿਲੀ ਦਾ ਖਰਚਾ ਨਹੀਂ ਨਿਕਲਦਾ ਟੈਕਨੀਕਲੀ ਇੰਨੇ ਖਰਚੇ 'ਚ। ਤੇ ਤੁਸੀਂ ਕਹਿ ਰਹੇ ਹੋ ਜੀ ਬੱਚੇ ਨੂੰ ਅਸੀਂ ਆਪਦਾ ਖਰਚਾ ਵੀ ਕੱਢਾਂਗੇ ਤੇ ਬੱਚੇ ਦਾ ਉੱਥੋਂ ਦਾ ਵੀ ਉਹਨੂੰ ਫੀਸਾਂ ਭਰਾਂਗੇ। ਤੇ ਇਹ ਚੀਜ਼ ਹੁਣ ਕਿੱਥੇ ਦਿੱਕਤ ਆਈ ਹੈ, 1 ਸਾਲ ਦੀ ਫੀਸ ਭਰਤੀ, ਲਿਵਿੰਗ ਐਕਸਪੈਂਸਿਸ ਪੇ ਕਰਤੇ ਜੀ। ਵੀਜ਼ਾ ਅਫਸਰ ਦੇ ਦਿਮਾਗ 'ਚ ਇਹ ਹੈ ਵੀ ਫੈਮਿਲੀ ਇਨਕਮ ਹੈ ਨਹੀਂ ਕਿ ਬੱਚੇ ਦੇ ਫੰਡ ਵਗੈਰਾ ਜ਼ਿਆਦਾ ਸ਼ੋ ਨਹੀਂ ਕੀਤੇ, ਮੇਰੇ ਹਿਸਾਬ ਨਾਲ ਜੋ ਮੈਨੂੰ ਲੱਗਦਾ ਵੀ ਨਹੀਂ ਕੀਤੇ ਹੋਣੇ। ਤੇ ਹੁਣ ਇਹਦੇ ਵਿੱਚ ਬੱਚੇ ਨੂੰ ਦਿੱਕਤ ਆਏਗੀ ਵੀ ਉਹ ਮੁੜ ਦੇ ਫੀਸਾਂ ਜਿਹੜੀਆਂ ਹੈਗੀਆਂ ਸੈਕੰਡ ਈਅਰ ਜਾਂ ਥਰਡ ਈਅਰ ਦੀ ਕਿਵੇਂ ਭਰੇਗਾ, ਉਹ ਡਿਫਾਲਟ ਕਰੇਗਾ ਤੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਏਗਾ। ਤੇ ਇਹ ਰੀਜ਼ਨ ਬਣਦਾ ਹੈ ਅਗਰ ਇਸ ਕੇਸ ਨੂੰ ਇਸ ਤਰੀਕੇ ਨਾਲ ਕੀਤਾ ਜਾਂਦਾ। ਪਹਿਲੀ ਗੱਲ ਤਾਂ ਹੁਣ ਇਹਨਾਂ ਨੇ ਕਿਹਾ ਵੀ +2 ਕੀਤੀ 18 'ਚ, ਉਸ ਤੋਂ ਬਾਅਦ ਕੰਪਿਊਟਰ ਦਾ ਡਿਪਲੋਮਾ ਕੀਤਾ ਹੈ ਵੀ ਕੰਪਿਊਟਰ ਦਾ ਡਿਪਲੋਮਾ 1 ਸਾਲ ਦਾ ਹੋਏਗਾ, 18 ਤੋਂ 19, 19 ਤੋਂ 20, 20 ਤੋਂ 21 ਕੀ ਦਿਖਾਇਆ, ਕੁਝ ਨਹੀਂ ਦਿਖਾਇਆ ਪਹਿਲੀ ਗੱਲ। ਦੂਸਰੀ ਗੱਲ ਹੈ ਕੰਪਿਊਟਰ ਦਾ ਡਿਪਲੋਮਾ ਤੁਹਾਡੇ +2 ਦੇ ਨਾਲ ਨਹੀਂ ਮੈਚ ਕਰ ਰਿਹਾ ਤੇ ਨਾ ਹੀ ਉਹ ਜਿਹੜੀ ਹੁਣ ਤੁਸੀਂ ਪੜ੍ਹਾਈ ਦਿੱਤੀ ਹੈ ਬੈਚਲਰ ਬਿਜ਼ਨਸ ਦੀ ਡਿਗਰੀ ਦਿੱਤੀ ਹੈ ਉਹਦੇ ਨਾਲ ਮੈਚ ਕਰ ਰਿਹਾ। ਦੂਜੀ ਗੱਲ 'ਚ ਦਿੱਕਤ ਆ ਗਈ। ਫਿਰ ਇਨਕਮ ਤੇ ਫੰਡਿੰਗ ਨੂੰ ਲੈ ਕੇ ਤੁਹਾਡੇ ਮੇਰੇ ਹਿਸਾਬ ਨਾਲ ਦਿੱਕਤ ਹੋਣੀ ਚਾਹੀਦੀ ਹੈ, ਇਸੇ ਕਾਰਨ ਤੁਹਾਡਾ ਰਿਫਿਊਜ਼ਲ ਆਇਆ। ਇਸ ਕੇਸ ਨੂੰ ਅਪਲਾਈ ਕਰਨਾ ਹੈ, ਰੀਅਪਲਾਈ ਕਰ ਸਕਦੇ ਹੋ। ਮੇਰੇ ਹਿਸਾਬ ਨਾਲ ਤੁਸੀਂ ਡਿਪਲੋਮਾ ਦੇ ਕੋਰਸ ਵਿੱਚ ਅਪਲਾਈ ਕਰੋ ਤੇ ਲਾਈਕ ਵੀ ਫੀਸ ਸਟਰਕਚਰ ਵੀ 6-7 ਲੱਖ ਤੋਂ ਵੱਧ ਨਾ ਹੋਵੇ ਤਾਂ ਅਪਲਾਈ ਕਰੋ। ਤੁਸੀਂ ਰੀਸਰਚ ਕਰਕੇ ਵੀਜ਼ਾ ਲੈ ਸਕਦੇ ਹੋ, ਇਹਦੇ ਵਿੱਚ ਵੀਜ਼ਾ ਆ ਜਾਏਗਾ ਤੁਹਾਡਾ, ਕੋਈ ਵੀਜ਼ਾ 'ਚ ਇਸ਼ੂ ਨਹੀਂ ਹੋਣਾ ਚਾਹੀਦਾ ਜੀ। ਤੇ ਇਸ ਦੇ ਨਾਲ ਹੀ ਮੈਂ ਨੈਕਸਟ ਕਾਲਰ ਦੇ ਨਾਲ ਵੀ ਜੁੜਨਾ ਚਾਹੂੰਗੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਮੈਡਮ ਮੇਰਾ ਬੇਟਾ +2 ਕਰ ਰਿਹਾ ਨੋਨ ਮੈਡੀਕਲ ਸੀ। ਅੱਛਾ ਜੀ। ਤੇ ਉਹਨੂੰ ਅਸਤੇ ਵਾਸਤੇ ਵੀਜ਼ਾ ਵਾਸਤੇ ਕੀ ਕਰਨਾ ਪਊਗਾ ਸਰ ਕਿੰਨਾ ਖਰਚਾ ਆਊਗਾ ਤੇ ਕੀ ਕਰਨਾ ਚਾਹੀਦਾ ਹੈ? +2 ਹਲੇ ਕਰ ਰਹੇ ਨੇ, ਆਸਟ੍ਰੇਲੀਆ ਜਾਣਾ ਹੈ ਸਰ। ਦੇਖੋ +2 ਅਗਰ ਕਰ ਰਹੇ ਨੇ ਜਿਵੇਂ, ਤੇ ਮੈਂ ਕਹੂੰਗਾ 60% ਨੰਬਰ ਹੋਣ ਬੱਚੇ ਦੇ ਓਵਰਆਲ। ਬਾਕੀ ਜਿਵੇਂ ਐਗਜ਼ਾਮ ਹੋ ਜਾਣ ਬੱਚੇ ਦੇ ਤੇ ਨਾਲ ਦੀ ਨਾਲ ਤੁਸੀਂ ਆਈਲੈਟਸ ਜਾਂ PT ਜੁਆਇਨ ਕਰਵਾ ਦਿਓ। ਉਹਦੇ ਵਿੱਚ ਅਗਰ 6 ਬੈਂਡ ਆ ਜਾਂਦੇ ਨੇ ਓਵਰਆਲ, 5.5 ਤੋਂ ਘੱਟ ਨਾ ਹੋਣ ਕਿਸੇ 'ਚ ਵੀ ਮੋਡਿਊਲ 'ਚ, ਤੇ ਬੱਚਾ ਆਸਟ੍ਰੇਲੀਆ ਅਪਲਾਈ ਕਰ ਸਕਦਾ ਹੈ। ਸਹੀ ਤਰੀਕਾ ਇਹ ਰਹਿੰਦਾ ਜਿਵੇਂ ਸਪੋਜ਼ ਇਹਨਾਂ ਨੇ ਨਾਨ ਮੈਡੀਕਲ ਕਿਹਾ, ਜਿਵੇਂ ਵੀ ਨਾਨ ਮੈਡੀਕਲ 'ਚ +2 ਕਰ ਰਿਹਾ ਬੱਚਾ ਤੇ ਅੱਗੇ IT ਦਾ ਕੋਰਸ ਲੈ ਕੇ ਦਿਓ ਜੀ ਤੁਸੀਂ, ਜਾਂ ਇੰਜੀਨੀਅਰਿੰਗ ਦਾ ਕੋਰਸ ਬੱਚੇ ਨੂੰ ਲੈ ਦਿਓ। ਇਹਦੇ ਵਿੱਚ ਕੱਲ ਨੂੰ PR ਦੀ ਵੀ ਸੰਭਾਵਨਾ ਵਧੀਆ ਹੁੰਦੀ ਹੈ। ਤੇ 3 ਸਾਲ ਦੀ ਡਿਗਰੀ ਹੋਏਗੀ ਜੀ, ਡਿਗਰੀ ਕਰਾਓ। ਡਿਗਰੀ ਤੋਂ ਬਾਅਦ ਤੁਹਾਨੂੰ 2 ਤੋਂ ਲੈ ਕੇ 4 ਸਾਲ ਦਾ ਵਰਕ ਪਰਮਿਟ ਮਿਲੇਗਾ ਬੱਚੇ ਨੂੰ ਤੇ ਉਹਦੇ ਵਿੱਚ ਬੱਚਾ PR ਅਪਲਾਈ ਕਰ ਸਕਦਾ ਜੀ। ਤੇ ਮਨੀਸ਼ ਸਰ, ਮੈਂ ਇਹ ਵੀ ਪੁੱਛਣਾ ਚਾਹ ਰਹੀ ਸੀ ਕਿ ਕੈਨੇਡਾ ਹੁਣ PPRs ਦਾ ਬੈਕਲੌਗ ਵੀ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਨਹੀਂ ਆ ਰਹੀਆਂ ਸੀ। ਤੇ ਜੇ ਮੈਂ ਸਟੱਡੀ ਵਰਲਡ ਦੀ ਗੱਲ ਕਰਾਂ ਇਨ ਪਾਰਟਿਕੂਲਰ ਕੀ PPRs ਆ ਰਹੇ ਨੇ ਤੁਹਾਡੇ ਪਿਛਲੇ 2-3 ਦਿਨਾਂ 'ਚ 3 ਆਏ ਨੇ ਸਾਡੇ PPRs ਤੇ ਲਾਈਕ ਸਕਸੈਸ ਰੇਟ ਠੀਕ ਆ ਰਿਹਾ ਹੈ, ਬਲਕਿ ਰਿਫਿਊਜ਼ਲ ਕੇਸਿਸ ਦੇ ਵੀ ਸਾਡੇ PPRs ਆਏ ਨੇ। ਹੁਣ ਉਹੀ ਗੱਲ ਆਉਂਦੀ ਹੈ ਵੀ ਜਦੋਂ ਵੀ ਸਾਡੇ ਕੋਲ ਕੋਈ ਕੇਸ ਆਉਂਦਾ ਜੀ ਮੈਂ ਰਿਫਿਊਜ਼ ਹੋ ਗਿਆ, ਵਧੀਆ ਜਿਹਨੂੰ ਕਹਿੰਦੇ 6.5-7 ਮਿੰਟ ਉਹਦੇ ਵੀ ਸਾਡੇ ਕੋਲ ਕੇਸ ਆਉਂਦੇ ਨੇ ਰਿਫਿਊਜ਼ ਹੋ ਕੇ, ਤੇ ਵੀ ਮਾੜੇ ਦਾ ਜਦੋਂ ਆਉਂਦੇ ਹੀ ਆਉਂਦੇ ਨੇ, ਚੰਗੇ ਵੀ ਬਹੁਤ ਰਿਫਿਊਜ਼ ਹੋ ਕੇ ਆਉਂਦੇ ਨੇ। ਆਪਾਂ ਤਾਂ ਇੱਕ ਗੱਲ ਕਹਿੰਦੇ ਹਾਂ ਵੀ ਇਹ 4 ਚੀਜ਼ਾਂ ਹੁੰਦੀਆਂ, ਕੋਰਸ ਪ੍ਰੋਗਰੈਸ਼ਨ, ਕੋਰਸ ਰੈਲੇਵੈਂਸੀ, ਗੈਪ ਦੀ ਜਸਟੀਫਿਕੇਸ਼ਨ ਆ ਗਈ, SOP ਆ ਗਈ ਤੇ ਇੱਕ ਆਪਣਾ ਇਨਕਮ ਤੇ ਫਾਈਨੈਂਸ਼ੀਅਲ ਡਾਕੂਮੈਂਟਸ। 4-5 ਚੀਜ਼ਾਂ ਦਾ ਬੱਚਾ ਅਗਰ ਧਿਆਨ ਰੱਖ ਕੇ ਅਪਲਾਈ ਕਰਦਾ ਤਾਂ ਕਦੇ ਵੀ ਵੀਜ਼ਾ ਰਿਫਿਊਜ਼ਲ ਨਹੀਂ ਆਉਂਦੀ ਹੈਗੀ। ਤੇ ਜ਼ਿਆਦਾਤਰ ਤੁਸੀਂ ਕੋਈ ਵੀ ਰਿਫਿਊਜ਼ਲ ਤੁਸੀਂ ਕੱਢ ਲਓ, ਇਹਦੇ ਵਿੱਚੋਂ ਇਹ 4-5 ਚੀਜ਼ਾਂ ਦੇ ਵਿੱਚ ਜਿਹੜੀਆਂ ਇੱਕ ਪੁਆਇੰਟ ਨਿਕਲ ਜਾਏਗਾ ਵੀ ਤੁਹਾਡਾ ਰਿਫਿਊਜ਼ਲ ਦਾ ਜਿਹੜਾ ਕਾਰਨ ਜਿਹੜਾ ਮੇਨ ਬਣਦਾ। ਇਸ ਕਰਕੇ ਤੁਸੀਂ ਅਗਰ ਰਿਫਿਊਜ਼ਡ ਹੈਗੇ ਹੋ, ਕੋਈ ਘਬਰਾਉਣ ਦੀ ਲੋੜ ਨਹੀਂ, ਕੋਈ ਟੈਨਸ਼ਨ ਨਾ ਲਓ। ਸਭ ਤੋਂ ਪਹਿਲਾ ਕੰਮ ਕੀ ਕਰੋ ਵੀ ਆਪਣਾ ਜਿਹੜਾ ਲਾਈਕ ਕੇਪਸ ਨੋਟਸ ਜਿਹੜੇ ਕਹਿੰਦੇ ਆਪਾਂ ਉਹਨੂੰ, ਇਹ ਤੁਸੀਂ ਅਪਲਾਈ ਕਰੋ। ਮਹੀਨਾ ਸਵਾ ਮਹੀਨਾ ਦਾ ਟਾਈਮ ਲੱਗਦਾ। ਡਿਟੇਲਡ ਨੋਟਸ ਤੁਸੀਂ ਕਢਵਾਓ, ਉਹਦੇ
ਵਿੱਚ ਡਿਟੇਲ ਪਤਾ ਲੱਗ ਜਾਂਦੀ ਹੈ ਵੀ ਕਿੱਥੇ ਕਿਹੜੀ ਕਮੀ ਰਹਿ ਗਈ। ਦੂਸਰੀ ਗੱਲ ਹੈ ਵਧੀਆ ਕੋਈ ਕੰਸਲਟੈਂਟ ਲੱਭੋ ਜਿਹੜੇ 5 ਪੁਆਇੰਟ ਨੇ ਤੁਹਾਨੂੰ ਗੈਪ ਤੁਹਾਡਾ ਜਸਟੀਫਿਕੇਸ਼ਨ ਨਾਲ, ਅਗਰ ਜਸਟੀਫਿਕੇਸ਼ਨ ਨਹੀਂ ਹੈਗੀ ਤੁਸੀਂ ਸਟੋਰੀ ਲਿਖਦੇ ਘੱਟੋ ਘੱਟ SOP ਦੇ ਵਿੱਚ ਹੀ ਮੈਂਸ਼ਨ ਕਰਦੇ ਵੀ ਤੁਸੀਂ ਗੈਪ ਕਿਉਂ ਬਣਿਆ ਤੁਹਾਡਾ, ਤੇ ਰੈਲੇਵੈਂਸ ਕੋਰਸ ਤੁਹਾਨੂੰ ਲੈ ਕੇ ਦੇ, ਤੁਹਾਨੂੰ ਫਾਈਨੈਂਸ਼ੀਅਲ ਪਲੈਨਿੰਗ ਦੱਸੇ ਵੀ ਜਿਹਦੇ ਕਾਰਨ ਰਿਫਿਊਜ਼ ਹੋ ਸਕਦਾ ਵੀਜ਼ਾ, ਵੀ ਉਹ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਦੇਵੇ ਕੰਸਲਟੈਂਟ। ਸਿਰਫ ਐਡਮਿਸ਼ਨ ਨਾਲ ਵੀਜ਼ਾ ਨਹੀਂ ਆਉਂਦਾ, ਸਿਰਫ ਪਰਸੈਂਟੇਜ ਵਧੀਆ ਹੋਣ ਨਾਲ ਵੀਜ਼ਾ ਨਹੀਂ ਆਉਂਦਾ, ਤੇ ਸਿਰਫ ਬੈਂਡ ਵਧੀਆ ਹੋਣ ਨਾਲ ਵੀਜ਼ਾ ਨਹੀਂ ਆਉਂਦਾ। ਇਹ ਸਾਰੀਆਂ ਚੀਜ਼ਾਂ ਕਲੈਕਟਿਵ ਚੱਲਦੀਆਂ। ਇਸ ਤੋਂ ਇਲਾਵਾ ਫਾਈਨੈਂਸ਼ੀਅਲ, ਇਨਕਮ, ਗੈਪ ਤੇ SOP, ਇਹ ਸਾਰੀ ਚੀਜ਼ਾਂ ਤੁਸੀਂ ਸਹੀ ਤਰੀਕੇ ਨਾਲ ਅਪਲਾਈ ਕਰੋਗੇ, ਸਹੀ ਚੀਜ਼ਾਂ ਲਗਾਓਗੇ, ਵੀਜ਼ਾ ਤੁਹਾਡਾ ਗ੍ਰਾਂਟ ਕੀਤਾ ਜਾਂਦਾ ਜੀ। ਬਿਲਕੁਲ। ਤੇ ਨੈਕਸਟ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਮੈਂ ਤਾਂ ਟੀਵੀ ਤੇ ਗੱਲ ਕਰਨੀ ਹੈ ਜੀ, ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਮੈਂ ਉਹ ਮੇਰੀ ਟੀਵੀ 'ਚ ਨਹੀਂ ਕਰਾਂ। ਸਰ ਟੀਵੀ ਤੇ ਹੀ ਗੱਲ ਹੋ ਰਹੀ ਹੈ, ਤੁਹਾਡੀ ਲਾਈਵ ਸ਼ੋਅ ਦੇ ਵਿੱਚ ਗੱਲ ਹੋ ਰਹੀ ਹੈ, ਤੁਸੀਂ ਪੁੱਛੋ ਕੀ ਸਵਾਲ ਹੈ ਤੁਹਾਡਾ? ਮੈਂ ਪੁੱਛ ਰਿਹਾ ਸੀਗਾ ਵੀ ਜਿਹੜੇ ਛੋਟੀਆਂ ਕਲਾਸਾਂ ਦੇ ਬੱਚੇ ਆ, ਜਿਹੜੇ ਮਤਲਬ 4th ਦੇ ਜਾਂ 5th ਦੇ ਬੱਚੇ ਆ, ਹਾਂਜੀ, ਉਹਨਾਂ ਵਾਸਤੇ ਸਟੱਡੀ ਵੀਜ਼ਾ ਕੈਨੇਡਾ ਵਾਸਤੇ ਕੀ ਪ੍ਰਪੋਜ਼ਲ ਆ? ਜੀ ਮਨੀਸ਼ ਸਰ। ਸਕੂਲਿੰਗ ਵੀਜ਼ਾ ਕੈਨੇਡਾ ਨਹੀਂ ਦਿੰਦਾ ਹੈਗਾ। ਅਸੀਂ ਬਹੁਤ ਪਹਿਲਾਂ ਵੀ ਟਰਾਈ ਕੀਤੀਆਂ, ਅਸੀਂ ਬਾਅਦ ਚੋਂ ਵੀ ਹੁਣ ਵੀ ਦੇਖਿਆ ਨਹੀਂ ਦਿੰਦੇ ਕੈਨੇਡਾ ਦੇ ਵੀਜ਼ੇ। ਹੁਣ ਇੱਕ ਇਹਨਾਂ ਦੀ ਪ੍ਰਪੋਜ਼ਲ ਜ਼ਰੂਰ ਹੈਗਾ, ਜਿਵੇਂ ਜਾਣਾ ਚਾਹੁੰਦੇ ਨੇ ਬਾਹਰ ਬੱਚੇ ਦੇ ਬੇਸ ਤੇ ਇਹ USA ਦਾ ਅਪਲਾਈ ਕਰ ਸਕਦੇ ਨੇ। ਇਸ ਟਾਈਮ ਸਾਡੇ ਕੋਲ USA ਦੀ ਕੁਝ ਸਕੂਲ ਦੀਆਂ ਆਪਸ਼ਨਸ ਅਵੇਲੇਬਲ ਹੈਗੀਆਂ, ਜਿਹਦੇ ਵਿੱਚ ਬੱਚੇ ਦਾ ਅਪਲਾਈ ਹੋਏਗਾ। 2 ਮਹੀਨੇ ਦੇ ਵਿੱਚ ਬੱਚੇ ਦਾ ਵੀਜ਼ਾ ਗ੍ਰਾਂਟ ਕੀਤਾ ਜਾਏਗਾ, ਸਕੂਲਿੰਗ ਦਾ ਵੀਜ਼ਾ USA ਦਾ। ਤੇ ਜਦੋਂ ਬੱਚੇ ਦਾ ਵੀਜ਼ਾ ਗ੍ਰਾਂਟ ਕੀਤਾ ਜਾਏਗਾ ਉਸ ਤੋਂ ਬਾਅਦ ਪੇਰੈਂਟਸ ਦੇ ਵਿੱਚੋਂ ਇੱਕ ਬੰਦਾ ਨਾਲ ਅਪਲਾਈ ਹੋਏਗਾ, ਉਹਦਾ ਕੇਸ, ਉਹਦੀ ਇੰਟਰਵਿਊ ਹੋਏਗੀ US ਐਮਬੈਸੀ ਦੇ ਵਿੱਚ, ਤੇ ਉਹਦਾ ਵੀਜ਼ਾ ਬੱਚੇ ਦਾ ਨਾਲ, ਯਾਨੀ ਕਿ ਪੇਰੈਂਟਸ ਦਾ ਇੱਕ ਦਾ ਵੀਜ਼ਾ ਨਾ ਦਿੱਤਾ ਜਾ ਸਕਦਾ ਹੈ। ਅਗਰ ਇਹਦੇ ਵਿੱਚ ਤੁਸੀਂ ਇੰਟਰਸਟਿਡ ਹੋ, ਸਾਡੀ ਕੰਪਨੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ, ਤੇ ਇਹਦਾ ਖਰਚਾ ਵੀ ਆਫਟਰ ਵੀਜ਼ਾ ਹੀ ਹੋਏਗਾ, ਵੀ ਕੋਈ ਇੰਨੀ ਘਬਰਾਉਣ ਦੀ ਜ਼ਰੂਰਤ ਨਹੀਂ ਤੁਹਾਨੂੰ ਕਿਸੇ ਗੱਲ ਦੀ। ਜੀ। ਤੇ ਮਨੀਸ਼ ਸਰ, ਇਸ ਵੇਲੇ ਤੁਹਾਡਾ ਕੀ ਸਕਸੈਸ ਰੇਟ ਚੱਲ ਰਿਹਾ ਕੈਨੇਡਾ ਵੀਜ਼ਾਸ ਨੂੰ ਲੈ ਕੇ? ਕੈਨੇਡਾ ਦੇ ਵਿੱਚ ਤਾਂ ਜੀ ਮੈਂ ਕਹੂੰਗਾ ਵੀ 100 ਤੋਂ ਵੀ ਵੱਧ ਪਰਸੈਂਟੇਜ ਹੈ, ਕਿਉਂਕਿ ਅਸੀਂ ਤਾਂ ਰਿਜੈਕਟਡ ਕੇਸਿਸ ਵੀ ਲੈ ਰਹੇ ਹਾਂ, ਵੀ ਜਦੋਂ ਰੂਟੀਨ ਦੇ ਕੇਸਿਸ ਤੇ ਅਸੀਂ ਜਾਈ ਰਹੇ ਹਾਂ। ਬਾਕੀ ਇੱਕ ਨਾ ਆਈਡੈਂਟੀਫਿਕੇਸ਼ਨ ਵਾਲੀ ਗੱਲ ਹੁੰਦੀ ਹੈ ਵੀ ਵੀਜ਼ਾ ਕਿਉਂ ਰਿਜੈਕਟ ਹੁੰਦਾ ਹੈ ਕੰਸਲਟੈਂਟ ਦਾ। ਇੱਕ ਤਾਂ ਜਿਹੜੀਆਂ 4-5 ਚੀਜ਼ਾਂ ਮੈਂ ਤੁਹਾਨੂੰ ਦੱਸਦਾ ਆਉਂਦਾ ਹਰ ਵਾਰੀ, ਵੀ ਇਹ ਚੀਜ਼ਾਂ ਦਾ ਧਿਆਨ ਦਿਓ, ਇਹ ਚੀਜ਼ਾਂ ਸਾਡੀ ਕੰਪਨੀ ਧਿਆਨ ਦਿੰਦੀ ਹੈ। ਦੂਸਰੀ ਗੱਲ, ਸਭ ਤੋਂ ਮੇਨ ਗੱਲ ਇਹ ਰਹਿੰਦੀ ਹੈ ਵੀ ਆਈਡੈਂਟੀਫਿਕੇਸ਼ਨ ਆਫ ਕੇਸ ਹੁੰਦਾ ਹੈ। ਕਈ ਕੰਪਨੀਆਂ ਚੱਕ ਦੇਣਗੀਆਂ ਵੀ ਵਿਦਆਊਟ ਆਇਲਟਸ ਕੈਨੇਡਾ ਜੀ, ਜਾਓ ਜੀ ਅਸੀਂ ਕਰਾ ਦਿੰਦੇ ਹਾਂ ਜੀ, 5.5 ਬੈਂਡ ਤੇ ਕੈਨੇਡਾ ਕਰਾ ਦਿਓ ਜੀ, 2 ਚ 5.5 ਚ ਕੈਨੇਡਾ ਕਰਾ ਦਿਓ। ਵੀ ਹੁਣ ਜਦ ਇਹੋ ਜਿਹੀਆਂ ਫਾਈਲਾਂ ਲੋਕੀ ਫੜਨਗੇ, ਕੰਸਲਟੈਂਟ ਫੜਨਗੇ, ਤੇ ਸਕਸੈਸ ਰੇਟ ਕਿੱਥੋਂ ਆਏਗਾ ਉਹਨਾਂ ਦਾ? ਹੁਣ ਸਾਡੀ ਕੰਪਨੀ ਇਹ ਧਿਆਨ ਰੱਖਦੀ ਹੈ ਵੀ 6 ਬੈਂਡ ਹੋਣ, 1 ਚ 5.5 ਐਕਸੈਪਟ ਕਰਦੇ ਆ। ਅਗਰ ਗ੍ਰੈਜੂਏਸ਼ਨ ਕੀਤੀ ਹੈ ਤਾਂ ਅਗਰ ਇਸ ਪ੍ਰੋਫਾਈਲ ਦੇ ਨਾਲ ਵੀ ਅਸੀਂ ਅੱਗੇ PG ਡਿਪਲੋਮਾ ਜਾਂ PG ਸਰਟੀਫਿਕੇਟ ਕੋਰਸ ਦਿੰਦੇ ਆ ਬੱਚਿਆਂ ਨੂੰ। ਇਹ ਨਹੀਂ ਹੈਗਾ ਵੀ ਉਹਨੂੰ ਅੰਡਰ ਗ੍ਰੈਜੂਏਟ ਡਿਪਲੋਮਾ ਦੇ ਕੇ ਲਗਾ ਦਿਓ ਜੀ, ਲੱਗ ਗਿਆ ਨਹੀਂ ਨਾ ਸੀ, ਵੀ ਉਹ ਵਾਲਾ ਸਾਡਾ ਸਿਸਟਮ ਨਹੀਂ ਹੁੰਦਾ ਕੰਮ ਕਰਨ ਦਾ। ਇਸ ਤੋਂ ਇਲਾਵਾ ਅਗਰ 2 ਚ ਵੀ 5.5 ਆ ਬੱਚੇ ਦੇ, ਤਾਂ ਫਿਰ ਇਹ ਅਸੀਂ ਧਿਆਨ ਦਿੰਦੇ ਆ ਵੀ ਓਵਰਆਲ ਪਰਸੈਂਟੇਜ ਬਹੁਤ ਵਧੀਆ ਹੋਏ। ਮੈਂ ਕਹੂੰਗਾ ਵੀ 65% ਤੋਂ ਵੱਧ ਨੰਬਰ ਹੋਣ, ਪਲੱਸ 2020 ਤੋਂ ਵੱਧ ਪਾਸ ਆਊਟ ਨਾ ਹੋਵੇ, ਤੇ +2 ਹੋਵੇ 2020 ਚ। ਵੀ ਲਾਈਕ ਗ੍ਰੈਜੂਏਸ਼ਨ ਵਗੈਰਾ ਵਾਲਾ ਕੇਸ 2 ਚ 5.5 ਦਾ ਅਪਲਾਈ ਕਰਕੇ ਕੋਈ ਫਾਇਦਾ ਨਹੀਂ। ਕੋਈ ਵੀ ਕੰਸਲਟੈਂਟ ਸਾਨੂੰ ਕੁਝ ਵੀ ਕਹਿੰਦਾ ਰਹੇ ਵੀ ਜੀ ਸਾਡੇ ਵੀਜ਼ੇ ਆਏ ਨੇ, ਅਸੀਂ ਦਵਾ ਦਾਂਗੇ ਜਾਂ ਜੋ ਵੀ ਹੈ, ਨਾ ਚੱਕਰਾਂ ਚ ਪਾਓ। ਵੀ ਸਕਸੈਸ ਰੇਟ ਨਹੀਂ ਆਉਂਦਾ 2 ਚ 5.5 ਦਾ, ਤੇ 1 ਚ 5.5 ਨਾਲ ਹੀ ਅਪਲਾਈ ਕਰੋ। ਅਗਰ ਤੁਹਾਡੇ ਬਾਰ-ਬਾਰ ਪੇਪਰ ਦੇਣ ਦੇ ਬਾਅਦ ਵੀ ਤੁਹਾਡੇ ਨੰਬਰ ਨਹੀਂ ਆ ਰਹੇ, ਬੈਂਡ ਨਹੀਂ ਆ ਰਹੇ, ਤੁਸੀਂ ਜਨਰਲ ਦਾ ਪੇਪਰ ਟਰਾਈ ਕਰੋ। ਜਨਰਲ ਦੇ ਵਿੱਚ ਅਗਰ 6E ਚ ਲੈ ਦਿੰਦੇ ਹੋ ਤਾਂ ਤੁਹਾਡੀ SDS ਦੀ ਫਾਈਲ ਲੱਗ ਸਕਦੀ ਹੈ। ਇਸ ਕਰਕੇ ਬਹੁਤ ਤਰੀਕੇ ਹੈ ਨੇ ਕੈਨੇਡਾ ਜਾਣ ਦੇ। ਸਿਰਫ ਇਹ ਨਹੀਂ ਹੈਗਾ ਵੀ ਇੱਕ ਫਾਈਲ ਨੂੰ ਫੜ ਕੇ ਆਪਾਂ ਕੰਸਲਟੈਂਟ ਚੇਂਜ ਕਰੀ ਜਾਈਏ, ਫਾਈਲ ਦੇ ਵਿੱਚ ਕੋਈ ਚੇਂਜ ਨਾ ਕਰੀਏ। ਅਗਰ ਕਈ ਚੀਜ਼ਾਂ ਰਿਪੇਅਰ ਕਰਕੇ ਵੀ ਲਗਾਈਆਂ ਜਾ ਸਕਦੀਆਂ ਤੇ ਵੀਜ਼ੇ ਆ ਜਾਂਦੇ ਨੇ। ਇਸ ਕਰਕੇ ਥੋੜਾ ਜਿਹਾ ਸਹੀ ਗਾਈਡੈਂਸ ਨਾਲ ਚੱਲੋ ਜੀ। ਬਿਲਕੁਲ। ਤੇ ਅਗਲੇ ਦਰਸ਼ਕ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਸਵਾਲ ਹੈ ਤੁਹਾਡਾ, ਦੱਸੋ? ਹਾਂਜੀ ਮੈਡਮ। ਹੈਲੋ। ਹਾਂਜੀ ਸਰ ਦੱਸੋ, ਪਲੀਜ਼ ਫੋਨ ਦੇ ਥਰੂ ਗੱਲ ਕਰਿਓ, ਪੁੱਛੋ ਤੁਹਾਡਾ ਸਵਾਲ ਕੀ ਹੈ। ਹਾਂਜੀ, ਪ੍ਰਦੀਪ ਸਿੰਘ ਬੋਲ ਰਿਹਾ ਮੈਡਮ। ਹਾਂਜੀ ਸਰ। ਮੈਡਮ ਇਹ ਪੁੱਛਣਾ ਚਾਹ ਰਿਹਾ ਮੈਂ ਕਿ ਇੱਕ ਤਾਂ ਫੀਸ ਕਿੰਨੀ ਹੁੰਦੀ ਹੈ, ਪ੍ਰੋਪਰ ਕੀ ਫੀਸ ਲੱਗਦੀ ਹੈ ਸਟੱਡੀ ਵੀਜ਼ੇ? ਆਫਟਰ +2 ਪੁੱਛ ਰਹੇ ਹੋ ਸਰ ਤੁਸੀਂ, ਜਾਂ ਆਫਟਰ ਗ੍ਰੈਜੂਏਸ਼ਨ ਪੁੱਛ ਰਹੇ ਹੋ? ਠੀਕ ਹੈ। ਔਰ ਗ੍ਰੈਜੂਏਸ਼ਨ ਤੋਂ ਬਾਅਦ ਕੀ ਫੀਸ ਲੱਗਦੀ ਹੈ, ਔਰ ਰਿਜੈਕਸ਼ਨ ਦੇ ਕੀ ਚਾਂਸ ਹੁੰਦੇ ਅਗਰ ਰਿਜੈਕਸ਼ਨ ਲੱਗਦੀ ਹੈ ਕੋਈ ਤਾਂ? ਸਰ ਕਿਹੜੀ ਕੰਟਰੀ ਲਈ ਪੁੱਛ ਰਹੇ ਹੋ ਤੁਸੀਂ? ਫੀਸ ਕਿਹੜੀ ਕੰਟਰੀ ਦੀ ਕੈਨੇਡਾ ਲਈ ਜਾਣਨਾ ਚਾਹੁੰਦੇ ਹੋ? ਆਫਟਰ ਗ੍ਰੈਜੂਏਸ਼ਨ ਜਾਂ ਆਫਟਰ +2? ਆਫਟਰ ਗ੍ਰੈਜੂਏਸ਼ਨ ਵੀ, ਆਫਟਰ +2 ਵੀ।
ਮੈਂ ਜਵਾਬ ਦਿੰਦਾ ਜੀ ਮਿਨਿਸਟਰ। ਦੇਖੋ ਘੱਟੋ ਘੱਟ ਫੀਸ ਦੀ ਗੱਲ ਕਰੀਏ ਤਾਂ 1 ਸਾਲ ਦੀ ਫੀਸ +2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਅਪਰੋਕਸੀਮੇਟਲੀ 5 ਲੱਖ ਬਣਦੀ ਹੈ ਤੇ ਜੋ ਕਿ ਜ਼ਿਆਦਾ ਤੋਂ ਜ਼ਿਆਦਾ ਤੁਸੀਂ 12-13 ਲੱਖ ਤੱਕ ਵੀ ਸੋਚ ਸਕਦੇ ਹੋ ਵੀ ਡਿਪੈਂਡਿੰਗ ਔਨ ਦਾ ਕਾਲਜ, ਕਿਹੜਾ ਕਾਲਜ, ਕਿਹੜਾ ਕੋਰਸ ਤੇ ਕਿਹੜਾ ਪ੍ਰੋਵਿੰਸ ਤੁਸੀਂ ਕੀਤਾ ਹੈ, ਵੀ ਘੱਟੋ ਘੱਟ ਫੀਸ ਤੁਹਾਡੀ 5 ਲੱਖ ਰੁਪਏ ਦੇ ਵਿੱਚ ਮਿਲ ਜਾਂਦੀ ਹੈ ਤੁਹਾਨੂੰ 1 ਸਾਲ ਦੀ ਫੀਸ। ਤੇ ਦੂਸਰੀ ਗੱਲ ਵੀ ਜਿਹੜੀ ਅਗਰ ਆਪਾਂ ਗ੍ਰੈਜੂਏਸ਼ਨ ਤੋਂ ਬਾਅਦ ਬੱਚਾ ਕਹਿੰਦਾ ਜੀ ਮੈਂ ਪੋਸਟ ਗ੍ਰੈਜੂਏਸ਼ਨ ਕੋਰਸ ਵਧੀਆ ਕਾਲਜ 'ਚ ਜਾਣਾ ਹੈ ਜਾਂ ਵਧੀਆ ਗਵਰਨਮੈਂਟ ਕਾਲਜ 'ਚ SDS ਦੇ ਵਿੱਚ ਹੀ ਜਾਣਾ ਹੈ ਤੇ ਇਹਦੇ ਵਿੱਚ ਵੀ ਮੈਕਸਿਮਮ ਫੀਸ 6-6.5 ਲੱਖ ਰੁਪਏ ਦੇ ਆਸ-ਪਾਸ ਸਾਨੂੰ PG ਕੋਰਸ ਵੀ ਮਿਲ ਜਾਂਦਾ ਹੈ 1 ਸਾਲ ਦੀ ਫੀਸ ਦੇ ਨਾਲ। ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਵੀ ਰਿਜੈਕਸ਼ਨ ਦੇ ਕਾਰਨ ਕੀ ਹੁੰਦੇ ਆ, ਰਿਜੈਕਸ਼ਨ ਦੇ ਕਾਰਨ ਮੇਨ ਕਾਰਨ ਹੁੰਦਾ ਜੀ ਕੋਰਸ ਰੈਲੇਵੈਂਟ ਨਹੀਂ ਹੁੰਦਾ ਹੈਗਾ, ਕੋਰਸ ਪ੍ਰੋਗਰੈਸ਼ਨ 'ਚ ਨਹੀਂ ਹੁੰਦਾ। ਪ੍ਰੋਗਰੈਸ਼ਨ ਦਾ ਮਤਲਬ ਹੈ ਵੀ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਤੁਸੀਂ ਫਿਰ ਵੀ ਅੰਡਰ ਗ੍ਰੈਜੂਏਟ ਡਿਪਲੋਮਾ ਅਪਲਾਈ ਕਰ ਰਹੇ ਹੋ, ਉਹਦੇ ਕਾਰਨ ਰਿਫਿਊਜ਼ ਹੁੰਦਾ ਹੈ। ਫਿਰ ਤੁਸੀਂ ਇਨਕਮ ਨਹੀਂ ਦਿਖਾਉਂਦੇ, ਫੈਮਿਲੀ ਦੀ ਇਨਕਮ ਨਹੀਂ ਦਿਖਾਈ ਜਾਂਦੀ ਹੈ, ਘੱਟ ਦਿਖਾਈ ਜਾਂਦੀ ਹੈ, ਉਹਦੇ ਕਾਰਨ ਰਿਫਿਊਜ਼ ਹੁੰਦਾ ਹੈ ਕਿਉਂਕਿ ਅਗਲੀਆਂ ਫੀਸਾਂ ਤੁਸੀਂ ਕਿੱਥੋਂ ਭਰੋਗੇ, ਉਹਨਾਂ ਦੇ ਦਿਮਾਗ 'ਚ ਡਾਊਟ ਆਉਂਦਾ ਹੈ ਵੀ ਇਹ ਬੱਚਾ ਵਿੱਚ ਪੜ੍ਹਾਈ ਛੱਡ ਕੇ ਵਾਪਸ ਨਹੀਂ ਆਏਗਾ, ਉੱਥੇ ਰਹਿ ਜਾਏਗਾ। ਚੌਥੀ ਗੱਲ ਇਹ ਆ ਜਾਂਦੀ ਹੈ ਵੀ ਤੁਸੀਂ ਜਿਹੜੇ ਫੰਡਸ ਨਹੀਂ ਸ਼ੋ ਕੀਤੇ ਹੋਏ ਵੀ ਜਿਹੜੇ ਅਗਲੇ ਫਰਦਰ ਜਿਹੜੀ ਪੜ੍ਹਾਈ ਦੇ ਜਾਂ ਸਪੋਰਟ ਦੇ ਕਾਰਨ। ਤੇ ਪੰਜਵੀਂ ਕਾਰਨ ਆ ਜਾਂਦਾ ਵੀ ਤੁਸੀਂ ਕਈ ਵਾਰੀ ਗੈਪ ਨੂੰ ਆਪਦਾ ਲੂਜ਼ ਛੱਡ ਦਿੰਦੇ ਹੋ ਵੀ ਤੁਸੀਂ ਅਗਰ 20 ਪਾਸ ਆਊਟ ਹੋ ਤੇ ਅਗਰ ਤੁਸੀਂ ਗੈਪ ਦਾ ਕੁਝ ਨਹੀਂ ਦਿਖਾਉਂਦੇ ਤਾਂ ਬਿਲਕੁਲ ਐਕਸੈਪਟੇਬਲ ਹੈ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਬਟ ਅਗਰ 19 ਪਾਸ ਆਊਟ ਹੋ, 18 ਪਾਸ ਆਊਟ ਹੋ, 17 ਪਾਸ ਆਊਟ ਹੋ, ਤੁਸੀਂ ਤੁਹਾਡਾ ਕੰਸਲਟੈਂਟ ਕਹਿੰਦਾ ਵੀ ਨਹੀਂ ਕੋਈ ਲੋੜ ਨਹੀਂ ਜੀ 19 ਪਾਸ ਆਊਟ ਹੋ ਤਾਂ ਵੀ ਕੋਈ ਲੋੜ ਨਹੀਂ ਹੈਗੀ ਵੀ ਕੋਈ ਗੈਪ ਨਹੀਂ ਬਣਦਾ। ਬਟ ਕਿਉਂ ਨਹੀਂ ਬਣਦਾ ਜੀ? 2 ਸਾਲ ਦਾ ਤੁਹਾਡਾ ਪਿਓਰ ਗੈਪ ਬਣਦਾ ਹੈ। 1 ਸਾਲ ਤੱਕ ਦਾ ਤਾਂ ਚਲੋ ਬਿਨਾਂ ਕਿਸੇ ਜਸਟੀਫਾਈ ਦੇ ਚੱਲ ਜਾਏਗਾ, ਬਟ 2 ਸਾਲ ਦਾ ਗੈਪ ਤੁਸੀਂ ਬਿਨਾਂ ਜਸਟੀਫਾਈ ਦੇ ਅਪਲਾਈ ਕਰੋਗੇ, ਰਿਫਿਊਜ਼ਲ ਦੇ ਪੂਰੇ ਚਾਂਸਸ ਬਣਦੇ ਨੇ। ਬੇਸ਼ੱਕ ਤੁਸੀਂ ਐਂਟਰੈਂਸ ਟੈਸਟ ਦੀ ਤਿਆਰੀ ਕੀਤੀ ਹੈ, ਤੁਸੀਂ ਕੋਈ ਫਸਟ ਈਅਰ ਕਰਕੇ ਛੱਡਤਾ, ਤੁਸੀਂ ਹੋਰ ਕੋਈ ਕੰਪਿਊਟਰ ਦਾ ਕੋਰਸ ਕੀਤਾ, ਤੁਸੀਂ ਫੈਮਿਲੀ 'ਚ ਕੋਈ ਸਪੋਰਟ ਕੀਤੀ ਹੈ, ਕੋਈ ਘਰ 'ਚ ਬਿਮਾਰ ਸੀਗਾ, ਕੁਝ ਵੀ ਕੀਤਾ ਅਗਰ ਹੈਗਾ ਤਾਂ ਤੁਹਾਨੂੰ ਇਹ ਸਾਰਾ ਕੁਝ ਦਿਖਾਉਣਾ ਜ਼ਰੂਰੀ ਹੈਗਾ। ਇਸ ਤੋਂ ਬਿਨਾਂ ਨਾ ਅਪਲਾਈ ਕਰੋ। ਇਸ ਤੋਂ ਇਲਾਵਾ ਸਟੇਟਮੈਂਟ ਆਫ ਪਰਪਸ ਬਹੁਤ ਵੱਡਾ ਫੈਕਟਰ ਆ ਜਾਂਦਾ ਵੀ ਤੁਸੀਂ ਕੁਝ ਵੀ ਐਕਸਪਲੇਨ ਕਰਨਾ ਚਾਹੁੰਦੇ ਹੋ ਵੀਜ਼ਾ ਅਫਸਰ ਨੂੰ, ਤੁਸੀਂ ਦੱਸਣਾ ਚਾਹੁੰਦੇ ਹੋ ਵੀ BA ਤੋਂ ਬਾਅਦ ਤੁਸੀਂ ਜਿਵੇਂ ਟੂਰਿਜ਼ਮ ਦਾ ਕੋਰਸ ਜਾਂ ਹਸਪਿਟੈਲਿਟੀ ਦਾ ਕੋਰਸ ਕਿਉਂ ਕਰ ਰਹੇ ਹੋ, ਮਾਰਕੀਟਿੰਗ ਦਾ ਕੋਰਸ ਕਰ ਰਹੇ ਹੋ, +2 ਆਰਟਸ ਤੋਂ ਬਾਅਦ ਫਲਾਣਾ ਕੋਰਸ ਕਿਉਂ ਕਰ ਰਹੇ ਹੋ, ਤੁਸੀਂ ਇਹ ਸਾਰੀ ਚੀਜ਼ਾਂ ਐਕਸਪਲੇਨ ਕਰੋਗੇ SOP ਦੇ ਵਿੱਚ। ਤੇ ਫਿਰ ਇਹ ਚੀਜ਼ ਵੀ ਦੱਸਣੀ ਜ਼ਰੂਰੀ ਹੈ ਵੀ ਤੁਸੀਂ ਵਾਪਸ ਕਿਉਂ ਆਓਗੇ, ਇੰਡੀਆ 'ਚ ਤੁਹਾਡੇ ਕੌਣ ਨੇ, ਤੇ ਵਾਪਸ ਆ ਕੇ ਇੱਥੇ ਕਿਹੜੀ ਕਾਲਜ ਯੂਨੀਵਰਸਿਟੀ ਦੇ ਵਿੱਚ ਕਿਹੜੇ ਕੰਪਨੀਜ਼ ਦੇ ਵਿੱਚ ਤੁਸੀਂ ਜੌਬ ਕਰ ਸਕਦੇ ਹੋ, ਕਿਹੜੀਆਂ ਜੌਬਸ ਤੁਹਾਨੂੰ ਮਿਲ ਜਾਣਗੀਆਂ, ਕਿੰਨੀ ਸੈਲਰੀ ਮਿਲੇਗੀ। ਇਹ ਸਾਰੀਆਂ ਚੀਜ਼ਾਂ ਤੁਸੀਂ ਸਹੀ ਤਰੀਕੇ ਨਾਲ ਅਪਲਾਈ ਲਗਾ ਕੇ ਫਾਈਲ ਲਗਾਉਂਦੇ ਹੋ, ਤੁਹਾਡਾ ਵੀਜ਼ਾ ਆਰਾਮ ਨਾਲ ਆ ਜਾਂਦਾ ਹੈ। ਜੀ ਬਿਲਕੁਲ। ਤੇ ਇਸ ਦੇ ਨਾਲ ਹੀ ਅਸੀਂ ਅਗਲੇ ਦਰਸ਼ਕ ਦੇ ਨਾਲ ਵੀ ਜੁੜਦੇ ਹਾਂ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਸਾਡੀ ਬੇਟੀ ਪਹਿਲਾਂ ਇੱਕ ਕੈਨੇਡਾ ਗਈ ਹੋਈ ਆ। ਅੱਛਾ ਜੀ। ਦੂਜੀ ਬੇਟੀ +2 ਚ ਸੀ ਤੇ ਜੀ ਕਾਲ ਡਿਸਕਨੈਕਟ ਹੋ ਗਈ, ਮਾਫੀ ਚਾਹਾਂਗੇ ਜੀ। ਬਾਕੀ ਮੈਂ ਕੁਝ ਨਾ ਬੱਚਿਆਂ ਦੇ ਵੀਜ਼ੇ ਮੈਂ ਲੈ ਕੇ ਆਇਆ ਸੀਗਾ, ਇਹ ਮੈਂ ਦਿਖਾਣਾ ਚਾਹੁੰਦਾ ਬੱਚਿਆਂ ਨੂੰ ਕੁਝ। ਆ ਪ੍ਰਿਯੰਕਾ ਦਾ ਵੀਜ਼ਾ ਜੀ, ਮੈਂ ਮੈਡਮ ਦੇਖੋ ਤੁਸੀਂ ਜਰਾ, ਇਹਦੇ ਵਿੱਚ ਗ੍ਰੈਜੂਏਸ਼ਨ ਬੱਚੇ ਨੇ ਕੀਤੀ ਸੀ, ਮਾਸਟਰਸ ਕੀਤੀ ਹੋਈ ਸੀ, B.Ed ਵੀ ਕੀਤੀ ਹੋਈ ਸੀ ਬੱਚੇ ਨੇ, 5 ਸਾਲ ਦਾ ਗੈਪ ਸੀ, ਪਿਓਰ ਗੈਪ। ਗ੍ਰੈਜੂਏਸ਼ਨ ਚ ਵੀ 52-53% ਬੱਚੇ ਦੇ ਨੰਬਰ ਸੀ, 6 ਬੈਂਡ ਸੀ, 2 ਚ 5.5। ਇਹਨਾਂ ਦਾ ਅਸੀਂ ਵੀਜ਼ਾ ਲੈ ਕੇ ਦਿੱਤਾ ਤੇ ਫੀਸ ਅਸੀਂ ਪ੍ਰੀ ਮਾਸਟਰ ਲੀਡਿੰਗ ਟੂ ਮਾਸਟਰ ਇਹਨਾਂ ਨੂੰ ਕੋਰਸ ਦਿੱਤਾ ਸੀਗਾ ਤੇ ਫੀਸ ਇਹਨਾਂ ਵਿੱਚ 5 ਲੱਖ ਰੁਪਏ ਫੀਸ ਆਈ ਹੈ ਜੀ ਸਾਰੀ, 6 ਮਹੀਨੇ ਦੀ ਫੀਸ। ਤੇ ਯਾਨੀ ਕਿ ਪੂਰਾ ਵੀਜ਼ਾ ਹੀ ਇਹਦਾ ਬੱਚੇ ਦਾ 7.5 ਲੱਖ ਰੁਪਏ ਦੀ ਵੀਜ਼ਾ ਗ੍ਰਾਂਟ ਹੋ ਗਿਆ ਵਿਦ ਇੰਸ਼ੋਰੈਂਸ, ਵਿਦ ਐਮਬੈਸੀ ਵੀ, ਸਾਡਾ ਖਰਚਾ ਮਿਲਾ ਕੇ। ਮਾਸਟਰਸ ਦੀ ਗੱਲ ਕਰ ਰਹੇ ਹੋ ਵੀ ਲੈਵਲ 1 ਦੀ ਯੂਨੀਵਰਸਿਟੀ ਦਾ। ਇਹ ਗੁਰਿੰਦਰ ਕੌਰ ਨੇ ਜੀ, ਇਹਨਾਂ ਦਾ ਕੱਲ ਵੀਜ਼ਾ ਗ੍ਰਾਂਟ ਹੋਇਆ, 24 ਤਰੀਕ ਦਾ ਵੀਜ਼ਾ ਹੈਗਾ। ਇਹਦੇ ਵਿੱਚ ਖਾਸੀਅਤ ਇਹ ਹੈ ਵੀ B.Com ਕੀਤੀ ਸੀ ਇਹਨਾਂ ਨੇ, 64% ਨੰਬਰ ਸੀ, 1 ਸਾਲ ਦਾ ਗੈਪ ਸੀਗਾ ਤੇ ਵਿਦਆਊਟ ਆਇਲਟਸ ਇਹਨਾਂ ਦਾ ਮਾਸਟਰ ਦਾ ਵੀਜ਼ਾ ਲੱਗਿਆ ਆਸਟ੍ਰੇਲੀਆ ਦਾ। ਤੇ ਇਹ ਮੈਂ ਦਿਖਾਣਾ ਚਾਹੂੰਗਾ। ਇਹ ਬੱਚੇ ਦਾ ਜੀ ਵੀਜ਼ਾ ਅੰਕਿਤਾ ਇਹਨਾਂ ਦਾ ਨਾਮ ਹੈਗਾ ਤੇ ਇਹਨਾਂ ਦਾ ਵੀਜ਼ਾ ਅਸੀਂ ਦਿੱਤਾ ਜੀ +2 2019 ਚ ਸੀਗੀ, ਉਸ ਤੋਂ ਬਾਅਦ ਗੈਪ ਸੀਗਾ, 6 ਬੈਂਡ 2 ਚ 5.5 ਵੀਜ਼ਾ ਆਇਆ। ਰਵੀ ਹੈ ਜੀ ਬੱਚੇ ਦਾ ਨਾਮ, ਇਹਨਾਂ ਦਾ ਵੀਜ਼ਾ ਆਏ ਨੂੰ ਹੋ ਗਏ 5-7 ਦਿਨ ਹੋ ਗਏ ਆਲਮੋਸਟ। ਇਹਨਾਂ ਦੇ ਵਿੱਚ ਵੀ ਗ੍ਰੈਜੂਏਸ਼ਨ ਕੀਤੀ ਹੈ, 50% ਨੰਬਰ ਸੀ ਬੱਚੇ ਦੇ, 6 ਬੈਂਡ 2 ਚ 5.5 ਵੀਜ਼ਾ ਆਇਆ। ਫਿਰ ਇਹ 4 PPP ਆਏ ਹੈ ਜੀ, PPR ਸਾਡੇ 23 ਤਰੀਕ ਦੇ 23 ਤਰੀਕ ਦੇ 3 ਨੇ ਤੇ ਇੱਕ 14 ਤਰੀਕ ਦਾ ਹੈਗਾ। ਸਰ ਇੱਕ ਕੋਈ ਮੈਂ ਇਹ ਪੁੱਛਣਾ ਚਾਹਦੀ ਸੀ ਕਿ ਕਿਸੇ ਸਪੈਸਿਫਿਕ ਪ੍ਰੋਵਿੰਸ ਤੋਂ ਹੀ ਮਤਲਬ ਜ਼ਿਆਦਾ PPRs ਆ ਰਹੇ ਨੇ, ਇਦਾਂ ਦੀ ਕੋਈ ਗੱਲ ਹੈ? ਐਸਾ ਕੁਝ ਨਹੀਂ ਹੈ, ਬਟ ਕਿਊਬਿਕ ਨੂੰ ਛੱਡ ਕੇ ਸਾਰੀ ਜਗ੍ਹਾ ਦੀ ਆ ਰਹੇ ਜੀ, ਕੋਈ ਐਸੀ ਗੱਲ ਨਹੀਂ ਹੈਗੀ। ਬਲਕਿ ਇਸ ਟਾਈਮ ਤਾਂ ਤੁਸੀਂ ਪ੍ਰਾਈਵੇਟ ਕਾਲਜ ਦੀ ਵੀ ਗੱਲ ਕਰੋ ਵੀ ਜਿਹੜੇ ਜਿਵੇਂ ਵਿਦੇ ਚ ਵਰਕ ਪਰਮਿਟ ਦੀਆਂ, ਉਹਨਾਂ ਦੇ ਵੀ PPR ਆਰਾਮ ਨਾਲ ਆ ਰਹੇ ਹੈ। ਤੇ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਵੀ ਜਦ ਦੇ ਕਿਊਬਿਕ ਦਾ ਰੁਕਿਆ ਹੈ ਕੰਮ ਤੇ ਬਾਕੀ ਸਟੇਟਸ ਦੇ ਜਿਹੜੇ ਬਾਕੀ ਪ੍ਰੋਵਿੰਸਿਸ ਦੇ ਜਿਹੜੇ PPR ਜ਼ਿਆਦਾ ਜਲਦੀ ਆਣੇ ਸ਼ੁਰੂ ਹੋ ਗਏ ਜੀ। ਤੇ ਇਸ ਦੇ ਨਾਲ ਹੀ ਮੈਂ ਚਾਹੂੰਗੀ ਕਿ ਜਾਣ ਤੋਂ ਪਹਿਲਾਂ ਸਰ ਤੁਸੀਂ ਕੋਈ ਮੈਸੇਜ ਵੀ ਜ਼ਰੂਰ ਦੇਣਾ ਚਾਹੋਗੇ ਆਪਣੇ ਵਿਊਅਰਸ? ਦੇਖੋ ਇਸ ਟਾਈਮ ਤੇ ਮੇਨ ਇਨਟੇਕ ਅਵੇਲੇਬਲ ਹੈਗਾ ਜੀ ਸਾਡੇ ਕੋਲੇ ਕੈਨੇਡਾ ਦਾ, ਜੂਨ ਜੁਲਾਈ ਇਨਟੇਕ ਸਾਡੇ ਕੋਲੇ ਅਵੇਲੇਬਲ ਹੈਗਾ ਆਸਟ੍ਰੇਲੀਆ ਦਾ। ਤੁਸੀਂ ਅਗਰ ਅਪਲਾਈ ਕਰਨਾ ਚਾਹੁੰਦੇ ਹੋ, ਸਾਡੇ ਆਫਿਸ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਨੇ ਤੇ ਕੁਰਸ਼ੇਤਰ ਤੇ ਸਾਡਾ ਕੈਥਲ ਵੀ ਸਾਡੇ ਹਰਿਆਣੇ 'ਚ ਵੀ ਆਫਿਸ ਨੇ। ਮਿਲਣਾ ਚਾਹੁੰਦੇ ਹੋ ਤੁਸੀਂ ਮੈਨੂੰ ਮਿਲ ਸਕਦੇ ਹੋ ਜੀ। ਜੀ ਥੈਂਕ ਯੂ ਸੋ ਮਚ ਮਨੀਸ਼ ਸਰ ਇੱਥੇ ਆਉਣ ਲਈ ਤੇ ਵਿਊਅਰਸ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ। ਥੈਂਕ ਯੂ।
ਤੇ ਤੁਸੀਂ ਸਾਰੇ ਵੀ ਸਾਨੂੰ ਇਜਾਜ਼ਤ ਦਿਓ ਜੀ, ਹੁਣ ਸਮਾਂ ਅਲਾਉ ਨਹੀਂ ਕਰ ਰਿਹਾ ਤੁਹਾਡੇ ਨਾਲ ਹੋਰ ਗੱਲਬਾਤ ਕਰਨ ਦੇ ਲਈ। ਜੇਕਰ ਤੁਸੀਂ ਸਟੱਡੀ ਵੀਜ਼ਾ ਦੇ ਨਾਲ ਰਿਲੇਟਡ ਹੋਰ ਅਪਡੇਟਸ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ, ਫਿਰ ਤੁਸੀਂ ਸਾਡੇ ਫੇਸਬੁੱਕ ਪੇਜ ਕਿੰਜ ਜਾਵਾਂ ਪਰਦੇਸ ਨੂੰ ਲਾਈਕ ਐਂਡ ਫੋਲੋ ਕਰ ਸਕਦੇ ਹੋ, YouTube ਪੇਜ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ, ਉੱਥੇ ਵੀ ਤੁਹਾਨੂੰ ਨਵੀਂ ਅਪਡੇਟ ਜ਼ਰੂਰ ਮਿਲ ਜਾਣਗੀਆਂ। ਇਸ ਤੋਂ ਇਲਾਵਾ ਤੁਸੀਂ ਇਸ ਸ਼ੋਅ ਨੂੰ ਤਾਂ ਦੇਖ ਹੀ ਸਕਦੇ ਹੋ ਜੀ, ਕਿੰਜ ਜਾਵਾਂ ਪਰਦੇਸ ਐਵਰੀਡੇ ਔਨ ਫਾਸਟ ਵੇ, ਜਿੱਥੇ ਅਸੀਂ ਰੋਜ਼ ਹਾਜ਼ਰ ਹੁੰਦੇ ਹਾਂ ਨਵੀਂ ਅਪਡੇਟਸ ਦੇ ਨਾਲ, ਨਵੀਂ ਕੰਟਰੀਜ਼ ਤੋਂ ਨਵੀਂ ਇਨਫੋਰਮੇਸ਼ਨ ਦੇ ਨਾਲ। ਤੇ ਹੁਣ ਤੁਸੀਂ ਵੀ ਸਾਨੂੰ ਵੀ ਦਿਓ ਜੀ ਇਜਾਜ਼ਤ। ਅਸੀਂ ਜਲਦੀ ਤੁਹਾਨੂੰ ਮਿਲਾਂਗੇ ਇੱਕ ਨਵੇਂ ਸ਼ੋਅ ਦੇ ਵਿੱਚ ਨਵੇਂ ਗੈਸਟ ਦੇ ਨਾਲ। ਉਦੋਂ ਤੱਕ ਤੁਸੀਂ ਸਾਰੇ ਆਪਣਾ ਖਿਆਲ ਰੱਖੋ ਜੀ ਤੇ ਦੇਖਦੇ ਰਹੋ ਕਿੰਜ ਜਾਵਾਂ ਪਰਦੇਸ ਓਨਲੀ ਔਨ ਫਾਸਟ ਵੇ। ਸਤਿ ਸ਼੍ਰੀ ਅਕਾਲ।